नंबर है 67। जो पढ़ेगा ना इस साल वो अपने अपना फ्यूचर बना रहा हो और तगड़े वाला फ्यूचर बनेगा ਉਹਦਾ। ठीक है। कारण क्या है? कारण ये है, मान लो 10 स्टूडेंट है ओवरऑल। ठीक है ओके। ਸਕੂਲ ਤਾਂ ਹੈ ਨਹੀਂ ਇਸ ਸਾਲ। ਠੀਕ ਹੈ ਓਕੇ। ਤਾਂ ਇਹਦੇ ਵਿੱਚੋਂ ਨਾ 9 ਸਟੂਡੈਂਟ ਇਦਾਂ ਦੇ ਆ ਨਾ, ਠੀਕ ਹੈ ਓਕੇ, ਕਿ ਉਹ ਪੜ੍ਹ ਹੀ ਨਹੀਂ ਰਹੇ। ਕੁੱਲ ਮਿਲਾ ਕੇ ਇੱਕ ਸਟੂਡੈਂਟ ਹੈ ਜਿਹੜਾ ਪੜ੍ਹ ਰਿਹਾ। ठीक है ओके। वो थोड़ा भी अगर बढ़ रहा है ना, ठीक है, इट मीनस पता क्या हैगा कि ओवरऑल जिस ਵੇਲੇ, ਕਿਉਂਕਿ ਓਬਵੀਅਸਲੀ ਗੱਲ ਤੁਹਾਡੀ +1 ਹੈ। ਅੱਜ ਜੋ ਤੁਹਾਡੇ ਸਾਹਮਣੇ ਕੰਪੀਟੀਟਰਸ ਹੈ ਉਹਨਾਂ ਨੇ ਫਿਊਚਰ 'ਚ ਉਹਨਾਂ ਨੇ ਰਹਿਣਾ ਕੰਪੀਟੀਟਰਸ। ਜੇ +2 ਵਿੱਚ ਹੋਣਾ ਤਾਂ ਉਹਨਾਂ ਨੇ ਕੰਪੀਟ ਕਰਨਾ ਗਾ ਫਸਟ ਈਅਰ, ਅੱਗੇ ਅੱਗੇ ਜੌਬਸ ਦੇ ਵਿੱਚ ਵੀ ਉਹਨਾਂ ਨੇ ਕੰਪੀਟ ਕਰਨਾ। ਉਹੀ ਜਨਰੇਸ਼ਨ ਚੱਲੀ ਜਾਣੀ ਹੈ। ਠੀਕ ਹੈ ਓਕੇ। ਹੁਣ ਜਿਹੜਾ ਇੱਕ ਸਟੂਡੈਂਟ ਪੜ੍ਹ ਰਿਹਾ ਨਾ ਇਹ ਰਾਜਾ ਹੈ ਹੁਣ। ਠੀਕ ਹੈ। ਬਾਕੀ ਇਹ 9 ਸਟੂਡੈਂਟ ਜਿਹੜੇ ਨਹੀਂ ਪੜ੍ਹਿਆ ਕਰਦੇ ਨੇ ਨਾ ਹਮੇਸ਼ਾ ਬੈਕਵਰਡ ਹੀ ਰਹਿਣਾ ਗਾ। ਕਿਉਂਕਿ ਬੇਸਿਕ ਜੋ ਸਾਰਾ +1 ਦੇ ਵਿੱਚ ਹੈ, ਤਾਂ ਬੇਸਿਕ ਨਹੀਂ ਸਟਰੋਂਗ, +2 ਵੀ ਗਈ, ਅਗਲਾ ਆਉਣ ਵਾਲਾ ਫਿਊਚਰ ਵੀ ਗਿਆ ਉਹਨਾਂ ਦਾ। ਠੀਕ ਹੈ। ਜਿਹੜਾ ਇਹ ਸਟੂਡੈਂਟ ਇੱਕ ਪਲ ਇਕੱਲਾ ਪੜ੍ਹ ਰਿਹਾ ਨਾ, ਠੀਕ ਹੈ ਓਕੇ, ਬਸ ਇਹਦੀ ਗੇਮ ਹੈ। ਠੀਕ ਹੈ। ਤਾਂ ਤੁਹਾਡੀ ਆਪਣੀ ਇੱਛਾ ਹੈ ਕਿ ਤੁਸੀਂ ਕਿਸ ਸਾਈਡ ਦੇਣਾ, ਇਹ 9 ਸਟੂਡੈਂਟ ਦੀ ਸਾਈਡ ਦੇਣਾ ਜਾਂ ਇੱਕ ਸਟੂਡੈਂਟ ਦੀ ਸਾਈਡ ਜਾਣਾ ਗਾ। ਤੁਹਾਡੇ ਉੱਤੇ ਹੈ, ਟੋਟਲੀ ਤੁਹਾਡੇ ਉੱਤੇ ਹੈ। ਕੋਈ ਤੁਹਾਨੂੰ ਕੁਝ ਨਹੀਂ ਕੰਪੈਲ ਕਰ ਰਿਹਾ ਇਸ ਸਾਲ, ਬਿਲਕੁਲ ਵੀ ਨਹੀਂ। ਠੀਕ ਹੈ। ਸਕੂਲਿੰਗ ਬੜੀ ਜ਼ਰੂਰੀ ਹੁੰਦੀ ਹੈ ਬੱਚਿਆਂ ਦੀ ਲਾਈਫ ਦੇ ਵਿੱਚ, ਪਰ ਉਹ ਗਾਇਬ ਹੈ ਇਸ ਸਾਲ। ਠੀਕ ਹੈ। ਔਰ ਉਹਦੇ ਨਾਲ ਕਿਤੇ ਨਾ ਕਿਤੇ ਸਟੂਡੈਂਟ ਜਿਹੜੇ ਆ ਪੂਰੇ ਡਿਸਟਰਕਟ ਹੋ ਰਹੇ ਆ। ਠੀਕ ਹੈ ਓਕੇ। ਤਾਂ ਤੁਹਾਡੀ ਇੱਛਾ ਕੀ ਹੁਣ ਕਿ 9 ਵੱਲ ਜਾਣਾ ਗਾ ਕਿ 1 ਵੱਲ ਜਾਣਾ ਗਾ, ਤੁਸੀਂ ਦੇਖ ਲੈਣਾ। क्यों ठीक नहीं है? हाँ मैंने पता लग गया। स्टार्ट करिए, चलो यार। सो ठीक है, ਆਪਾਂ ਗੱਲ ਇਹ ਦੇਖ ਲਏ थे ਕਰੈਕਟਰ है ना। ਇਹਦਾ डिमांड कर भी देख लिया था। देखा था कि नहीं देखा था यार? वो बोलो बेटा, ਦੱਸਿਆ नहीं था कि यार इस ते जिन्ना मर्जी बेच लो, ਇਹਦੇ जरा भी प्राइस डाउन गया तो जीरो ਤੇ ਆ ਜਾਏਗਾ। ਦੱਸਿਆ ਕਿ ਨਹੀਂ ਦੱਸਿਆ? ਤੇ ਉਹੀ ਚੀਜ਼ ਹੈ, ਬਣਾਇਆ ਨਹੀਂ ਸੀਗਾ, ਲੋਕ ਬਣਾ ਦਿੰਦੇ। सो अंडर परफेक्ट कंपटीशन, मार्केट जो प्राइस चल रहा है वो 100 रुपीज़ चल रहा है। ठीक है ओके। हर्ष की फॉर्म है, तुषार की फॉर्म है, अनुज की फॉर्म है, जिनी मर्जी फॉर्म है, वो 100 रुपीज़ से जिनी मर्जी सप्लाई कर लें। है ना? वो 10 भी कर सकते, वो है ना, 20 भी कर सकते, 30 भी कर सकते। भाई समझ रहे समझ रहे। तो गौर करना यही वाला बंदा, ये जिन्ना मर्जी बेच लो, जिनी मर्जी सप्लाई कर लो इस वक्त तुसी। ठीक है ओके। बट अगर 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 क्या फंडा दस्सिया सीगा, ठीक है ओके, तुसी अपनी मर्जी का प्राइस ऊपर चकना स्टार्ट करोगे, समझ रहे समझ रहे, 110 रुपये का प्राइस करता तुसी, क्या कुछ बिकेगा ਤੁਹਾਡਾ? अल्टीमेटली कुछ नहीं बिकेगा, ਤੁਹਾਡੀ सप्लाई कितने कितने गिर जाएगी जीरो। ਤੁਹਾਨੂੰ ਦੱਸਿਆ था कि अंडर परफेक्ट मार्केट कंपटीशन जो फॉर्म्स ਹੁੰਦੀਆਂ ਹੈ ਉਹਨਾਂ ਦਾ ਸਪਲਾਈ ਕਰਵ ਜੋ ਹੁੰਦਾ ਹੈ ਪਰਫੈਕਟਲੀ ਇਲਾਸਟਿਕ ਹੁੰਦਾ। ਪਰਫੈਕਟਲੀ ਕਹਿੰਦਾਗਾ ਜੋ ਇਲਾਸਟਿਸਿਟੀ ਆਫ ਸਪਲਾਈ ਹੁੰਦੀ ਹੈ ਕਿਤੇ ਨਾ ਕਿਤੇ ਕਿੱਥੇ ਹੁੰਦੀ ਹੈ? ਇਨਫਿਨਿਟੀ। ਬਈ ਯਾਦ ਰਹੇਗਾ, ਕਿੱਥੇ ਹੁੰਦੀ ਹੈ? ਇਨਫਿਨਿਟੀ। ਤੁਸੀਂ ਜਰਾ ਵੀ ਉੱਪਰ ਕਰਨ ਦੀ ਕੋਸ਼ਿਸ਼ ਕਰੋਗੇ ਤੁਹਾਡੀ ਕਿਤੇ ਨਾ ਕਿਤੇ ਸਪਲਾਈ ਕਿੱਥੇ ਆ ਜਾਏਗੀ? ਜ਼ੀਰੋ। ਜ਼ਿਆਦਾ ਕੁਝ ਨਹੀਂ ਆਦਾ ਹੈ। ਚਲੋ ਫਿਰ ਆਜੋ ਫਟਾਫਟ ਇਹਨੂੰ ਪੜ੍ਹ ਦਿੰਦੇ ਯਾਰ। दूसरी चीज़ है, ਤੁਸੀਂ ਸਾਰੇ ਮੈਚੁਰ ਹੋ। ਕੋਈ 7ਵੀਂ 8ਵੀਂ 9ਵੀਂ 10ਵੀਂ स्टूडेंट या +1 ਦਾ स्टूडेंट मैं मान के चलता कि मैच्योर एनफ है। ठीक है ओके। अडल्ट है, सिंपल फंडा। ठीक है, उन्हें सब कुछ पता होता है कि क्या करना क्या नहीं करना। उन्होंने जबरदस्ती पकड़ के पढ़ाना बेवकूफ़ी है। LKG UKG ਜਿਹੜੇ ਬੱਚੇ ਸੁਣਨਾ ਹੈ, ਤੁਸੀਂ ਖੁਦ ਅਵੇਅਰ ਹੈ ਤੁਹਾਡਾ ਫਿਊਚਰ ਇਹਨਾਂ ਅਗਰ ਤੁਸੀਂ ਪੜੋਗੇ ਇਸੇ ਤਰੀਕੇ ਨਾਲ ਤੁਹਾਡਾ ਫਿਊਚਰ ਬਣੇਗਾ, ਨਹੀਂ ਪੜੋਗੇ ਤੁਹਾਡਾ ਫਿਊਚਰ ਵਿਗੜ ਜਾਏਗਾ। ठीक है ओके। ਤੁਹਾਨੂੰ ਪਤਾ ਹੈ ਜੋ ਵੀ ਹੈ ਮਸਤੀ ਮौज मस्ती जो पूरी उम्र तो रहने वाली नहीं, कोरोना पूरी उम्र तो रहने वाला नहीं है। ठीक है। एक दिन आएगा जिस दिन फिर दोबारा स्टेबिलिटी होएगी, तो उस दिन देख लेना ਜਿਹੜਾ ਗਵਾਇਆ ਵਾ ਟਾਈਮ ਨਾ ਵਾਪਸ ਨਹੀਂ ਆਏਗਾ। ਤੇ ਜਿਹੜਾ ਇਸ ਟਾਈਮ ਤੇ ਆਪਣੇ ਆਪ ਨੂੰ ਬਚਾ ਜਾਏਗਾ ਨਾ, ਜਿੱਦਾਂ ਦੀ ਉਹਨਾਂ ਦੀ ਹੈਬਿਟ ਹੈ ਪੜ੍ਹਨ ਦੀ, ਉਸੇ ਹੈਬਿਟ ਨਾਲ ਸਟਿਕ ਔਨ ਰਹੋਗੇ ਤੇ ਆਪਣੇ ਆਪ ਨੂੰ ਇੰਪਰੂਵ ਕਰੋਗੇ, ਗੁੱਡ ਰਹੋਗੇ। ਜਿਹੜਾ ਨੀਚੇ ਗਿਰ ਗਿਆ ਨਾ, ਕਿਸੇ ਨੇ ਵੀ ਨਹੀਂ ਰਿਕਵਰੀ ਦੇਣੀ ਤੁਹਾਨੂੰ, ਕਿਸੇ ਨੇ ਵੀ ਨਹੀਂ। ਕੋਈ CBSE ਵਾਲੇ ਅगर ਗਵਰਨਮੈਂਟ ਬੋਲਿਆ ਕਰਦੀ ਕਿ ਬੇਟਾ ਕੋਈ ਗੱਲ ਨਹੀਂ, ਜਿਹੜੇ ਬੱਚੇ ਇਸ ਸਾਲ ਪੜ੍ਹ ਲਏ ਉਹ ਪੜ੍ਹ ਲਏ, ਜਿਹੜੇ ਨਹੀਂ ਪੜ੍ਹਿਆ ਕਰਦੇ, ਠੀਕ ਹੈ ਓਕੇ, ਉਹਨਾਂ ਵਾਸਤੇ ਬੇਟਾ ਆਪਾਂ +1 ਫਿਰ ਦੁਬਾਰਾ ਤੇ ਕਰਵਾਉਣੀ ਹੈ, ਜਾਂ ਤੁਹਾਨੂੰ +2 +1 ਇਕੱਠੇ ਕਰਵਾਉਂਗੇ ਸਾਥ, ਕੋਈ ਰਿਕਵਰੀ ਕੋਈ ਬੈਕਅਪ ਤੁਹਾਨੂੰ ਕੁਝ ਨਹੀਂ ਮਿਲਣੀ ਹੈ। ਤਾਂ ਆਪਣਾ ਫਿਊਚਰ ਤੁਹਾਡੇ ਆਪਣੇ ਹੱਥਾਂ ਵਿੱਚ ਹੈ, ਉਹਨੂੰ ਬਚਾਓ। ਚਲਿਏ ਆ ਜਾਓ ਫਿਰ।
डिमांड कर्व ऑफ द फर्म इज परफेक्टली इलास्टिक, ठीक है, ओके, ईडी इज इक्वल टू क्या, इनफाइनाइट, इट मीन्स दैट द द firm can sell any amount of its output at the क्या prevailing price. Firm's demand curve is indicated by a horizontal straight line parallel to x-axis. This shows that the firm is to accept the price as determined by the forces of market supply and market demand. It can sell whatever amount it wishes to sell at price. This is illustrated in figure number 1. तो आ देखो, इस जगह ਤੇ जिन्ना मर्जी सप्लाई कर लो, आ वाला फंडा है ना, या ਸਿੰਪਲੀ ਡਿਮਾਂਡ ਵਾਲੀ ਸਾਈਡ ਤੋਂ ਦੇਖਣਾ ਹੈਗਾ ਤਾਂ ਪ੍ਰਾਈਸ ਤੁਹਾਡਾ ਕਿੰਨਾ ਹੈ 100, ਇਹ ਤੇ ਹੋ ਸਕਦਾ ਤੁਹਾਡੀ ਡਿਮਾਂਡ 10 ਯੂਨਿਟਸ ਦੀ 100 ਯੂਨਿਟਸ ਦੀ ਵੀ ਹੋ ਸਕਦੀ, 200 ਯੂਨਿਟਸ ਦੀ ਵੀ ਹੋ ਸਕਦੀ, ਠੀਕ ਹੈ, 500 ਯੂਨਿਟਸ ਦੀ ਵੀ ਹੋ ਸਕਦੀ ਹੈ, ਬਟ ਅਗਰ ਤੁਸੀਂ ਜਰਾ ਵੀ ਪ੍ਰਾਈਸ ਆਪਣਾ ਡਾਊਨ ਕਰ ਲਿਆ ਤਾਂ ਸਾਰੇ ਕਸਟਮਰ ਨੇ ਤੁਹਾਡੇ ਨੇ ਕਿਸੇ ਦੂਜੀ ਸਾਈਡ ਮੂਵ ਕਰ ਜਾਣਾ ਨਾ, ਅਲਟੀਮੇਟਲੀ ਤੁਹਾਡੀ ਡਿਮਾਂਡ ਆਣੀ ਕਿਤੇ ਨਾ ਕਿਤੇ ਕਦੇ ਆਣੀ ਜ਼ੀਰੋ ਯਾਦ ਰਹੇਗਾ। ਤਾਂ ਇਸੇ ਕਰਕੇ ਬੋਲਦੇ ਆ ਕਿ ਇਹਦੇ ਵਿੱਚ ਇਲਾਸਟਿਸਿਟੀ ਔਰ ਡਿਮਾਂਡ ਹੁੰਦੀ ਪਰਫੈਕਟਲੀ ਕਿਆ ਹੁੰਦੀ ਹੈ, ਇਲਾਸਟਿਕ, पूरा रिस्पॉन्स आता है, ठीक है, ओके। सो चलो, ठीक है, ओके। फिगर 1 shows that at the given price OP the firm can sell any quantity of the commodity it produces. Price remain constant whether quantity demanded is OA or OB or even zero. A perfectly elastic demand curve simply indicates that the firm has no control over क्या price, ठीक है, ਉਹ ਦੱਸਿਆ ਵਾ ਇਹਦੇ ਵਿੱਚ ਨਹੀਂ ਹੁੰਦਾਗਾ। ਔਰ ਤੁਹਾਨੂੰ ਦੱਸਿਆ ਸੀਗਾ ਕਿ ਪ੍ਰਾਈਸ ਟੇਕਰ ਹੁੰਦੀ ਹੈ, ਪ੍ਰਾਈਸ क्या ਟੇਕਰ, ਭਈ ਯਾਦ ਹੈ ਕੁਛ ਨਹੀਂ ਯਾਦ ਹੈ, ਤਿੰਨ ਕਾਰਨ ਆ ਕਰਕੇ। पहला कारण लार्ज नंबर ऑफ क्या सेलर, दूजे नंबर ते होमोजेनियस प्रोडक्ट याद रहेगा, और तीजे नंबर ते कि अगर ਤੁਸੀਂ ਉਸ ਪ੍ਰਾਈਸ ਤੋਂ ਨੀਚੇ ਵੇਚੋਗੇ ਤੁਹਾਨੂੰ ਹੋਣੇ क्या लॉस याद रहेगा। ਤਾਂ ਜੋ ਪ੍ਰਾਈਸ ਮਾਰਕੀਟ ਦੇ ਵਿੱਚ ਮਿਲ ਰਿਹਾ ਉਹੀ ਲੈਣਾ ਪਏਗਾ ਤੁਹਾਨੂੰ, ਯਾਦ ਹੈ ਕੁਝ ਨਹੀਂ ਯਾਦ ਹੈ, ਚਲੋ ਫਿਰ ठीक है, गौर करना ये ਤੁਸੀਂ ਪੜਨਾ ਜਰਾ ਬਾਕਸ ਹੋਮਵਰਕ ਤੁਹਾਨੂੰ, ठीक है, ओके। पहले ਤੁਸੀਂ पढ़ो ਇਹਨੂੰ जज करो क्या चीज़ है, क्या लिख रहे हो, ठीक है। चेक योर क्लैरिटी ऑफ द डिफरेंस बिटवीन कंज्यूमर्स डिमांड कर्व एंड फर्म्स क्या डिमांड, ठीक है, ये मैं नहीं करवाना तेनों अच्छा, ठीक है, तुझे ये पढ़ के आना गा पहले, ठीक है, ओके। खुद इसते उत्ते दिमाग लगाओ फिर उसके बाद तेनों समझाऊंगा, ठीक है, ओके। क्यों बुक्स के विषय नहीं है, तू याद करवा दी मैं सेंड करना, ठीक है। चलिए अगे हम गौर करना, हाँ मोस्ट इंपोर्टेंट मार्क कर लेना, कई बार 3 नंबर का या 4 नंबर का, इस बार तो पूरी उम्मीद रखना कि ये 3 to 4 मार्क्स ਦੇ ਵਿੱਚ पूछा जाएगा, ठीक है। चलो हम गौर करना, एक होंगे नॉर्मल प्रॉफिट्स और एक होंगे एक्स्ट्रा नॉर्मल प्रॉफिट्स। ये बेसिकली ना ज़्यादा ਵਧੀਆ ਤਰੀਕੇ ਨਾਲ ਤੁਹਾਨੂੰ मैं समझा पाऊंगा रेवन्यू वाले चैप्टर के ਵਿੱਚ, एक तो प्रोड्यूसर इक्विलिब्रियम वाला चैप्टर का और एक है रेवन्यू वाला, उधर समझा पाऊंगा, ठीक है, ओके। बट फिर भी कोशिश करता है क्योंकि बिना समझाए आगे चलना थोड़ा पॉसिबल नहीं होएगा, तो फोकस करना है। एक नॉर्मल प्रॉफिट्स होंगे और एक क्या होंगे एक्स्ट्रा, याद रहेगा, या सिंपली चलो सिंपल लेके चलते हैं, ठीक है, ओके। जिदा फॉर एग्जांपल मेरी कॉस्ट है 20,000, ठीक है, ओके, ਉਹਦੇ ਵਿੱਚ ਜਦ ਮੈਂ ਮਾਰਜਿਨ ਸੈੱਟ ਕਰ ਰਿਹਾ, ਮਾਰਜਿਨ ਪਾ ਰਿਹਾ, ਮੰਨ ਲਓ ਕਿੰਨਾ 10,000, ਇਹ ਬੇਸਿਕਲੀ ਹੁੰਦੀ ਹੈ ਓਪਰਚੁਨਿਟੀ ਕੋਸਟ, क्या ਹੁੰਦੀ है मार्जिन या प्रॉफिट्स, सिंपली रखना जरा थोड़ा जा, ठीक है, ओके। तो गौर करना है इस वक्त जो सेलिंग प्राइस है कितने कितने कितना बन रहा बेटे समझ रहे, हाँ या ना। सो गौर करना ये जो इन्नी की जो पा रहा है ना मैं अपॉर्चुनिटी कॉस्ट, चलो यार रुको मैं तुम्हें पूरा ही समझाता गा, गलबात नहीं बनेगी, आ जाओ गौर करना, सुनो देखो फोकस है ना आराम ਨਾਲ। मैं ना ऑफिस ਵਿੱਚ ਕੰਮ ਕਰਦਾ था, ठीक है, ਉੱਥੇ ਮੈਂ 10,000 रुपीज़ सैलरी मिलती थी मैंने, डन, हाँ है ना, कितनी सैलरी मिलती थी, कोई दिक्कत नहीं है, ਹੁਣ गौर करना आराम ਨਾਲ। मैं ਹੁਣ अपनी फैक्ट्री स्टार्ट करती, मोटी मोटी चीज़ें रखते हैं, फैक्ट्री स्टार्ट करती और ਉਹਦੇ ਵਿੱਚ ਨਾ ਬੌਸ ਬਣਾਉਣੀਆਂ ਸਟਾर्ट ਕਰਤੀਆਂ, ਡਨ, ਆਰਾਮ ਨਾਲ। ਬੌਸ ਬਣਾਉਣ ਵਾਸਤੇ ਮੈਨੂੰ ਆਪਣੀ ਪਾਕਟ ਤੋਂ ਆਊਟ ਆਫ ਪਾਕਟ
कुछ ही कॉस्ट कवर अप करनी पै रही। डन। क्या कॉस्ट कवर अप करनी पै रही? ठीक है ओके, आ देखो एक था लेबर, तुषार सी तरह बैठ, लेबर 200 रुपीज, और उसके बाद मैंने लगाना पै रहा है रॉ मटीरियल, क्या कितना 300। समझे समझे? चलो इन्होंने थोड़ा राउंड फिगर विच लगाते हैं। चलो लेबर जो लगानी पै रही मैंने 10,000, ठीक है ओके, और जो रॉ मटीरियल लगाना पै रहा है मैंने किन्ने दा 20,000। डन। शुगर करना, आ देखो 30,000 है ना। मेरा सिर्फ एक क्वेश्चन है, टोटल कॉस्ट कितनी है? टोटल कॉस्ट कितनी है बॉल बनाने दी? अपने अपने ओपिनियन दो। हैंड रेज करनी फिर तो समझ आता है। मैं, ठीक है, पहले ऑफिस विच काम करता था, उतो सैलरी मिलती थी मैनू कितनी 10,000। मैं ऑफिस छड्डता, नहीं समझ रहे यार। मॉर्निंग ठीक है 8 AM टू, ठीक है 8 PM मैं कितने रहता था? ऑफिस। और मैनू सैलरी मिलती थी कितनी? वो नहीं समझ रहे यार, कितनी सैलरी मिलती थी? याद रहेगा, 10,000 सैलरी मिलती थी। मैं हूँ ऑफिस छड्डता, मैं अपनी फैक्ट्री खोल ली, समझ रहे? और फैक्ट्री खोलने तो बाद फिर मैं बॉल्स बना रहा, एक बॉल बनाने वास्ते लेबर मैंने जो लग रही 10,000 दी, एंड रॉ मटीरियल कितने लग रहा? वो बोले बेटा, मैं थोड़ा सिंपली पूछ रहा टोटल कॉस्ट कितनी? चलो ना 20,000, 20,000 किस सामने? भाई लेबर ते मैं लगाया वा लो, तुषार नु लाया वा लेबर ते, तुषार मेरा मजदूर, भाई समझ रहे? इनू दे रहा मैं किन्ने 10,000। चलो 40,000। गौर करना, सुनो भाई, 30,000 तो बिल्कुल ही गलत है, 30,000 तो बिल्कुल ही गलत है। ठीक है ओके, गौर करना, ए जो है तो नहीं पता है, ठीक है ओके, ए है एक्सप्लिसिट कॉस्ट। पढ़े है कदी? पढ़ा है ये? ओए पीछे कर, तेरा पीछे कर। एक्सप्लिसिट कॉस्ट कड़ी है? ओ हाँ या ना, ਤੁਸੀਂ ਆਪਣੇ ਆਪ ਦੇਖੋ ਨਾ, ਬੇਸ਼ੱਕ ਮੈਂ ਬੋਲ ਤਿਆਰ ਕਰਕੇ ਰੱਖ ਰਿਹਾ, ਆਰਾਮ ਨਾਲ ਦੇਖਣਾ, ਆਰਾਮ ਨਾਲ। ਮੈਂ ਤੁਹਾਨੂੰ ਫਿਰ ਬੋਲ ਰਿਹਾ, ਅਦਰਵਾਈਜ਼ ਡਿਸਕਸ਼ਨ ਬਿਲਕੁਲ ਹੀ ਖਰਾਬ ਹੋ ਜਾਏਗੀ। ਬੋਲ ਜੋ ਬਣਾ ਕੇ ਤਿਆਰ ਕਰਿਆ ਕਰਦਾ, ਮੈਨੂੰ ਆਪਣੀ ਜੇਬ ਤੋਂ ਲੇਬਰ ਨੂੰ ਦੇਣੇ ਪੈ ਰਹੇ ਕਿੰਨੇ? ਆਪਣੀ ਜੇਬ ਤੋਂ ਰॉ ਮਟੀਰੀਅਲ ਵਾਸਤੇ ਦੇ ਰਹੇ ਕਿੰਨੇ? ਤਾਂ ਆਊਟ ਆਫ ਪਾਕਟ ਕਾਸਟ ਜਿਹੜੀ ਹੁੰਦੀ ਹੈ, ਠੀਕ ਹੈ ਓਕੇ, ਉਹਨੂੰ ਬੋਲਦੇ ਐਕਸਪਲਿਸਿਟ ਕਾਸਟ। ਕਿੰਨੀ ਲੱਗ ਰਹੀ? ਉਹ ਨਹੀਂ ਸਮਝ ਰਹੇ ਯਾਰ। ਹੁਣ ਇਸ ਬਿਜ਼ਨਸ ਨੂੰ ਮੈਨੇਜ ਕੌਣ ਕਰ ਰਿਹਾ? मैं खुद ही कर रहा, नहीं समझ रहे यार। देखो ना, अगर आप बिजनेस ना करता, आप बिजनेस ना करता तो मैंने कितने कितने ऑफिस ਵਿੱਚੋਂ क्या मिलनी थी किन्नी? ਹੁਣ ਮੈਂ ਆਪਣਾ ਆਫਿਸ ਵਾਲਾ ਕੰਮ ਛੱਡ ਕੇ, ਨੌਕਰੀ ਛੱਡ ਕੇ, ਫਿਰ ਮੈਂ ਫੈਕਟਰੀ ਵਿੱਚ ਕੰਮ ਕਰ ਰਿਹਾ ਜਾਂ ਫੈਕਟਰੀ ਚਲਾ ਰਿਹਾ, ਨਹੀਂ ਸਮਝ ਰਹੇ ਯਾਰ। ਬਈ ਇਹ ਤੁਸੀਂ ਰਿਕਵਰ ਨਹੀਂ ਕਰੋਗੇ, ਨਹੀਂ ਸਮਝੇ? ਤਾਂ ਕਿੰਨੀ ਬੋਲ ਦੀ ਕਿੰਨੀ ਕੋਸਟ ਪੈ ਰਹੀ? ਬੇਟਾ ਇਹ ਤਾਂ ਠੀਕ ਹੈ 30,000 ਤੁਸੀਂ ਦੇ ਰਹੇ, ਤੁਹਾਨੂੰ ਇਹ 10,000 ਦਾ ਨੁਕਸਾਨ ਨਹੀਂ ਦਿਖ ਰਿਹਾ? नहीं समझे यार, पल्ले पे कुछ और नहीं समझे? तो गौर करना, जो टोटल कॉस्ट है, एक तो एक्सप्लिसिट कॉस्ट होगी, प्लस ए वाली ਜਿਹੜੀ सैलरी थी अपॉर्चुनिटी कॉस्ट ਕਿਹੜੀ थी? या ਇਹਨੂੰ ਆਪਾਂ ਬੋਲਦੇ ਆ ਇੰਪਲੀਸਿਟ ਕॉस्ट। क्या बोलते हैं? ਇੰਪਲੀਸਿਟ ਔਨ ਰਿਸੋਰਸਿਸ ਯੂਜ਼ ਕਰਨ ਦੇ। ਉਹ ਨਹੀਂ ਸਮਝ ਰਹੇ, ਪੂਰਾ ਦਿਨ ਹੁਣ ਮੈਂ ਫੈਕਟਰੀ ਵਿੱਚ ਹੀ ਰਹਿੰਦਾ ਗਾ, नहीं पल्ले पै रहा? पूछ लो, देख लो। तो गौर करना, जो टोटल कॉस्ट है इस वक्त जो कितनी पै रही, कितनी 40,000। नहीं समझे यार, पल्ले पे कुछ हाँ या ना? कोई दिक्कत नहीं है, देख लो, क्लैरिटी है ना? पक्का? हम आराम ਨਾਲ सुनो, बॉल जो है ਉਹਦਾ ਸੈਲਿੰਗ ਪ੍ਰਾइस जो है, ठीक है, वो है 50,000, वो है 50,000। हाँ या ना? दसो मार्जिन या प्रॉफिट है कि नहीं है? और बोलो बेटा कितना प्रॉफिट है? प्रॉफिट कितना है? गौर करना, हूँ देखते चलना, हूँ ध्यान रखना जरा। प्रॉफिट कितना है? आराम ਨਾਲ। टोटल कॉस्ट कितनी?
मान लो ये बाहर बिक्री किन्ने दी प्रॉफिट वो बोलो बेटा वो नहीं समझे यार टोटल कॉस्ट बाहर बिक्री किन्ने दी प्रॉफिट क्या है लॉस है किन्ने दा समझे कुछ देखो थोड़े कंसेप्ट कितना हिलने हैं टोटल कॉस्ट बाहर ये बिक्री किन्ने दी क्या है किन्ना समझे वो बोलो बेटा चलो हुन मेरे को फोकस करना हुन मेन चीज ये है बॉल बनाई ਇਹਦੇ ਉੱਤੇ ਜਿਹੜਾ ਤੁਸੀਂ ਖਰਚਾ ਕੀਤਾ ਲੇਬਰ ਦਾ ਖਰਚਾ ਕੀਤਾ ਕਿੰਨਾ ਰॉ ਮਟੀਰੀਅਲ ਦਾ ਖਰਚਾ ਆਰਾਮ ਨਾਲ ਮੇਰੀ ਪਾਕਟ ਦੇ ਵਿੱਚੋਂ 10000 ਗਿਆ ਔਰ ਮੇਰੀ ਪਾਕਟ ਦੇ ਵਿੱਚੋਂ ਕਿੰਨਾ ਗਿਆ 20000 ਨਹੀਂ ਸਮਝੇ ਯਾਰ क्या ए वाला पैसा मेरी पॉकेट ਵਿੱਚ जा रहा बोलो ये तो जा ही नहीं रहा क्या है मैं बोल का बिजनेस कर रहा अगर मैं बोल आराम नाल आ देखो बोल अगर 10000 ਦੀ ਲੇਬਰ ਕੋਸਟ ਤੁਸ਼ਾਰ ਨੂੰ ਕੰਮ ਤੇ ਲਗਾਇਆ 10000 ਉਹਨੂੰ ਦੇ ਰਿਹਾ ਉਸ ਤੋਂ ਬਾਅਦ 20000 का ਦੇ ਰਿਹਾ ਰॉ ਮਟੀਰੀਅਲ ਜੋ ਮੇਰੀ ਪਾਕਟ ਵਿੱਚ ਅਸਲ ਵਿੱਚ ਪੈਸਾ ਜਾ ਰਿਹਾ ਉਹ ਕਿੰਨਾ ਜਾ ਰਿਹਾ ਸਮਝਣਾ ਕਿੰਨਾ ਜਾ ਰਿਹਾ मेरी पॉकेट ਵਿੱਚ ਜਿਹੜੀ ਮਨੀ ਜਾ ਰਹੀ ਉਹ ਕਿੰਨੀ ਜਾ ਰਹੀ 30000 समझ रहे अगर मैं बोलूं कि मैनू ना कोई प्रॉफिट करवाना है ना ही लॉस करवाना है ये चलो वो भी छो मेरी पॉकेट तो कितना पैसा जा रहा इन्ना पैसा गया मेरी पॉकेट तो अगर मैनू इसी पैसे नू रिकवर करना है तो मैनू एटलीस्ट बॉल किन्ने दी बेचनी पैनी वो बोलो बेटा अगर 30000 दी बेचती नो प्रॉफिट नो लॉस वो नहीं समझ रहे नहीं समझे देख लो बिल्कुल सोचो 2 मिनट सोचो तुसी इस जगह ते खड़े हुए तुसी बंदा लगाया तुषार ਉਹਨੂੰ ਲੇਬਰ ਦਿੱਤੀ ਆਪਣੀ ਪਾਕਟ ਤੋਂ ਤੁਹਾਡਾ ਕੈਸ਼ ਕਿੰਨਾ ਗਿਆ ਉਹ ਨਹੀਂ ਸਮਝਿਆ ਯਾਰ ਕੈਸ਼ ਕਿੰਨਾ ਗਿਆ ਫਿਰ ਤੁਸੀਂ ਰॉ ਮਟੀਰੀਅਲ ਖਰੀਦਿਆ ਆਪਣੀ ਪਾਕਟ ਚੋਂ ਕਿੰਨਾ ਕੈਸ਼ ਗਿਆ ਕੁੱਲ ਮਿਲਾ ਕੇ ਤੁਹਾਡਾ ਕੈਸ਼ ਕਿੰਨਾ ਚਲਾ ਗਿਆ ਕਿੰਨਾ ਪੈਸਾ ਲੱਗ ਗਿਆ ਵਾ ਮੈਂ ਫਿਰ ਬੋਲਿਆ ਕਿੰਨਾ ਪੈਸਾ ਲੱਗਿਆ ਉਹ ਬੋਲੇ ਬੇਟਾ ਹੁਣ ਅਗਰ ਤੁਸੀਂ ਬੋਲ ਵੇਚ ਕੇ ਐਟਲੀਸਟ ਉਹਨੂੰ ਰਿਕਵਰ ਕਰਨਾ ਹੈ ਤਾਂ ਬੋਲ ਕਿੰਨੇ ਦੀ ਵੇਚੋਗੇ नहीं समझे यार फोकस करना हम हौली हौली चलते हैं ਤੁਹਾਡੀ ਪਾਕਟ ਤੋਂ ਕਿੰਨਾ ਪੈਸਾ ਲੱਗਿਆ ਬਟ ਬੋਲ ਬਾਹਰ ਵਿਕਰੀ ਕਿੰਨੇ ਦੀ क्या हो रहा ਉਹ ਬੋਲੇ ਬੇਟਾ मतलब ਤੁਸੀਂ ਜੋ ਪੈਸੇ ਦਿੱਤੇ ਠੀਕ ਹੈ ਓਕੇ ਤੁਸੀਂ ਉਹ ਪੈਸੇ ਦਿੱਤੇ 10000 20000 ਕਿੰਨਾ ਪੈਸਾ ਦਿੱਤਾ ਬਦਲੇ ਵਿੱਚ ਜੋ ਤੁਹਾਨੂੰ ਆਇਆ ਉਹ ਕਿੰਨਾ ਆਇਆ ਨਹੀਂ ਸਮਝੇ ਯਾਰ 40000 ਕਿੰਨਾ ਆਇਆ बेटा ਉਹਦੇ ਵਿੱਚ ਇੱਕ ਤਾਂ ਤੁਸੀਂ ਲੇਬਰ ਕਾਸਟ ਕਵਰ ਅਪ ਕਰ ਲਈ ਦੂਜੀ ਤੁਸੀਂ ਕੀ ਕਵਰ ਅਪ ਕਰ ਲਿਆ ਰॉ ਮਟੀਰੀਅਲ ਔਰ ਖੁਦ ਜੋ ਉੱਥੇ ਨੁਕਸਾਨ ਹੋ ਰਿਹਾ था ਉਹ ਵੀ ਪੈਸਾ ਕਮਾ ਲਿਆ ਕਿ ਨਹੀਂ ਕਮਾ ਲਿਆ ਕਿੰਨਾ ਕਮਾ ਲਿਆ 10000 नहीं समझे यार ਉਹ ਪੱਲੇ ਪਿਆ ਕੁਛ ਦੇਖ ਲੋ ਹਾਂ ਜਾਂ ਨਾ ਕੋਈ ਦਿੱਕਤ ਨਹੀਂ ਇਹਦੇ ਵਿੱਚ ਪੱਕਾ ਹੁਣ ਮੇਰੇ ਵੱਲ ਦੇਖਣਾ ਹੁਣ ਜਰਾ ਤੁਸੀਂ ਕਰਾਇਆ ਮੇਰੇ ਤੋਂ ਜੋ ਕੁਝ ਵੀ ਕਰਵਾਇਆ ਆਹ ਵਾਲੇ ਚਾਰ ਕੇਸ ਜਿਹੜੇ ਤੁਹਾਡੇ ਸਾਹਮਣੇ ਬਣਾਏ ਹੋਏ ਆ ਹੈ ਹੁਣ ਆਰਾਮ ਨਾਲ ਦੇਖੋ ਜਰਾ बताता हूँ अभी देखना यहाँ पे देखना फिर आता हूँ ये आराम ਨਾਲ सुनो टोटल कॉस्ट किन्नी जिस किन्ना पैसा गया पहला पैसा केड़ा गया हाँ आराम नाल हौली हौली पहला पैसा क्या गया लेबर किन्नी 10000 गया नहीं समझ रहे यार उस तो बाद क्या गया रॉ मटेरियल का किन्ना पैसा गया तो 10000 नहीं समझ रहे यार प्लस किन्ना 20000 ਤੁਹਾਡਾ ਪੈਸਾ ਲੱਗਿਆ ਕਿੰਨਾ क्या 10000 ਦੀ ਸੈਲਰੀ ਵਾਲਾ ਪੈਸਾ ਲੱਗਿਆ ਹੈ ਇਹ ਤਾਂ ਜੋ 10000 ਤੁਸੀਂ ਇਹਦੇ ਵਿੱਚ ਕੋਸਟ ਵਿੱਚ ਪਾ ਰਹੇ ਐਕਚੁਅਲ ਵਿੱਚ ਤੁਸੀਂ ਕਮਾਣਾ ਚਾਹੁੰਦੇ ਹੋ ਨਹੀਂ ਸਮਝੇ ਯਾਰ ਇਹ ਤੁਸੀਂ ਕਮਾਣਾ ਚਾਹੁੰਦੇ ਹੋ ਜੋ ਬੋਲ ਦਾ ਬਿਜ਼ਨਸ ਕਰ ਰਹੇ ਹੋ ਜੋ ਕਮਾਣਾ ਚਾਹੁੰਦੇ ਹੋ ਐਕਚੁਅਲ ਵਿੱਚ ਇਹ ਪੈਸਾ ਤੁਹਾਡਾ ਕਿਆ ਗਿਆ ਵਾ ਨਹੀਂ ਸਮਝੇ ਯਾਰ ਐਕਚੁਅਲ ਵਿੱਚ ਤੁਸੀਂ ਕੀ ਕਰ ਰਹੇ 40000 ਦੇ ਵਿੱਚ ਨਾ ਠੀਕ ਹੈ ਓਕੇ ਅਸਲ ਵਿੱਚ ਜਿਹੜੀ ਕੋਸਟ ਹੈ ਉਹ 10000 ਪਲੱਸ ਕਿੰਨੀ ਹੈ 20000 ਇਹ ਅਸਲੀ ਕੋਸਟ ਤੁਸੀਂ ਜ਼ਬਰਦਸਤੀ ਇਹ 30000 ਦੀ ਹੈ ਬਟ ਜ਼ਬਰਦਸਤੀ ਨੂੰ ਪਲੱਸ 10000 ਕਰਕੇ ਕਿੰਨੇ ਦੀ ਬਣਾ ਰਹੇ 40000 ਤੁਸੀਂ ਇਸ ਤਰੀਕੇ ਨਾਲ ਬਣਾ ਰਹੇ ਕਿ ਯਾਰ ਜੋ ਮੇਰਾ ਪੈਸਾ ਲੱਗਿਆ ਵਾ ਨਾ ਉਹ ਰਿਕਵਰ ਹੋ ਜਾਵੇ
नहीं समझ रहे यार। प्लस नाल दी नाल मैं कुछ कमा भी लवां, समझ रहे। और कितना कमा लवां बई, ये क्या मैं लगा रहा फैक्ट्री दे विच, क्या ये मेरी पॉकेट तो जा रहा। तो गौर करना जो 40,000 है ਉਹਦੇ ਵਿੱਚ ਜਿਹੜਾ ਪੈਸਾ ਲੱਗਿਆ ਵਾ ਉਹ ਵੀ ਆ ਰਿਹਾ। ਨਹੀਂ ਸਮਝ ਰਹੇ ਯਾਰ। ਜਿਹੜਾ ਤੁਸੀਂ ਕਮਾਣਾ ਚਾਹੁੰਦੇ ਹੋ, ਕਮਾਉਂਦੇ ਜੋ ਉਹਨੂੰ ਬੋਲਦੇ ਆਪਾਂ ਪ੍ਰੋਫਿਟ। ਕਿਆ ਬੋਲਦੇ ਆ ਬੱਲੇ ਪਿਆ ਕੁਛ ਉਹ ਨਹੀਂ ਸਮਝੇ ਯਾਰ। ਦੇਖ ਲਓ ਪੱਕਾ ਹੁਣ ਆਰਾਮ ਨਾਲ। ਆ ਦੇਖੋ ਕੇਸ ਇਹ ਦੇਖਣਾ ਹੈ ਟੋਟਲ ਕੋਸਟ ਬੋਲ ਕਿੰਨੇ ਦੀ ਵਿਕਰੀ, ਇੱਥੇ ਪ੍ਰੋਫਿਟ ਹੈ ਜਾਂ ਨਹੀਂ ਹੈ। ਗੌਰ ਕਰਨਾ ਆਪਣਾ ਹਰਸ਼ ਧਿਆਨ ਦੇਖ। ਆਪਾਂ ਜੋ ਰਿਕਵਰ ਕਰ ਰਹੇ बेच रहे ਆ ਕਸਟਮਰ ਖੜਾ ਵਾ, ਕਸਟਮਰ ਖੜਾ ਵਾ ਉਹ ਬੋਲ ਲੈ ਕੇ ਜਾ ਰਿਹਾ ਕਿੰਨੇ ਦੀ 40,000 ਸਾਨੂੰ ਦੇ ਰਿਹਾ 40,000 ਜਿਹ ਪਹਿਲੇ 10,000 ਦੇ ਵਿੱਚ ਆਪਾਂ ਕਿਆ ਰਿਕਵਰ ਕਰ ਰਹੇ ਲੇਬਰ। ਫਿਰ ਉਸ ਤੋਂ ਬਾਅਦ ਜਿਹੜਾ 20,000 ਹੈ ਉਹ ਚ ਕਿਆ ਕਵਰ ਕਰ ਰਹੇ ਰॉ ਮਟੀਰੀਅਲ। ਅਗਲੇ ਜੋ 10,000 ਹੈ ਉਹਦੇ ਵਿੱਚ ਕਿਆ ਰਿਕਵਰ ਕਰ ਰਹੇ ਇਹੀ ਤਾਂ ਆਪਾਂ ਕਮਾਣਾ ਚਾਹੁੰਦੇ ਸੀ ਨਾ। ਉਹ ਨਹੀਂ ਸਮਝੇ ਯਾਰ। ਇਹ ਬਿਜ਼ਨਸ ਕਰਨ ਤੋਂ ਬਾਅਦ ਐਟਲੀਸਟ ਮੈਂ ਚਾਹੁੰਦਾ ਸੀ ਕਿ 10,000 20,000 ਇਹਦਾ ਲੇਬਰ ਰॉ ਮਟੀਰੀਅਲ ਤਾਂ ਲੱਗ ਰਿਹਾ, ਇਹ ਤਾਂ ਮੇਰਾ ਰਿਕਵਰ ਹੋਵੇ ਪਲੱਸ ਜਿਹੜੀ ਉਹ ਨੌਕਰੀ ਛੱਡੀ ਹੈ ਉੱਥੇ ਮੇਰਾ ਜਿਹੜਾ ਨੁਕਸਾਨ ਹੋ ਰਿਹਾ ਵਾ ਉਹ ਵੀ ਇੱਥੇ ਕਿਤੇ ਨਾ ਕਿਤੇ ਮੈਂ ਕਮਾ ਲਵਾਂ। ਨਹੀਂ ਸਮਝ ਰਹੇ ਯਾਰ। ਤਾਂ ਇੱਕ ਤਰ੍ਹਾਂ ਦਾ ਅਸਲੀ ਤਰੀਕੇ ਨਾਲ ਜਿਹੜੀ ਸੈਲਰੀ ਜੋ ਮੈਂ 10,000 ਦੀ ਪੇ ਕਰ ਰਿਹਾ ਇੱਕ ਤਰ੍ਹਾਂ ਦਾ ਮੇਰੇ ਪ੍ਰੋਫਿਟ ਹੀ ਹੈ ਕਿ ਨਹੀਂ ਹੈ। ਔਰ ਉਹ ਪ੍ਰੋਫਿਟ ਨੂੰ ਮੈਂ ਪਹਿਲੇ ਕਾਹਦੇ ਵਿੱਚ ਕਵਰ ਕਰ ਰਿਹਾ ਕੋਸਟ ਦੇ ਵਿੱਚ, ਕਾਹਦੇ ਵਿੱਚ ਕਰ ਰਿਹਾ। ਨਹੀਂ ਸਮਝੇ ਯਾਰ ਪੱਲੇ ਵਿਆਹ ਬੇਟਾ ਗੌਰ ਕਰਨਾ ਇਹ 30,000 ਦੀ ਹੈ ਕੋਸਟ 30,000 ਦੀ। ਅਗਰ ਤੁਹਾਡਾ ਪ੍ਰੋਡਕਟ 30,000 ਦਾ ਵੀ ਵਿਕ ਜਾਏਗਾ ਨਾ ਤੁਸੀਂ ਨੋ ਪ੍ਰੋਫਿਟ ਨੋ ਲਾਸ। ਜਿੰਨਾ ਤੁਸੀਂ ਆਪਣੀ ਪਾਕਟ ਤੇ ਲਗਾਇਆ ਨਾ ਉਹ ਸਾਰਾ ਤੁਹਾਡਾ ਕੀ ਹੋ ਗਿਆ ਰਿਕਵਰ। हाँ ਤੁਸੀਂ ਕੁਝ ਪ੍ਰੋਫਿਟ ਨਹੀਂ ਕਮਾ ਪਾਏ। नहीं समझे यार। समझ लो बड़ी इंपॉर्टेंट चीज है, बहुत ज्यादा इंपॉर्टेंट चीज है। पल्ले पे कुछ देखो ना हुण 40,000 प्रोडक्ट बिक रहा किन्ने दा जिस लेबर कॉस्ट पूरी रिकवर हो रही, रॉ मटीरियल रिकवर हो रहा। 10,000 जी जॉब छड्डी थी, जॉब छड्डने नुकसान होया किन्ने दा वो भी आ गया कि नहीं आ गया। उत्थे नुकसान होया इत्थों कमा लिया कि नहीं कमा लिया। तो बेटा 10,000 असल में क्या है तुहाडा प्रॉफिट। कॉस्ट का प्रॉफिट या इकोनॉमिक्स का प्रॉफिट और अकाउंट्स का प्रॉफिट जो है ना दोनों में जमीन आसमान का फर्क है। समझ रहे। अगर तुसी जो दिता 40,000 कितना तुसी नील बोलता कि प्रॉफिट कितना है नील। नहीं समझ रहे यार। ये तुसी अकाउंट्स का प्रॉफिट दस्या मैनू। अकाउंटिंग करते हैं ना, कॉस्ट माइनस सेलिंग प्राइस करते हैं तो नील आ रहा है कि नहीं आ रहा। तो अगर मैं अकाउंट के हिसाब ना देखूँ तो कोई भी प्रॉफिट नहीं है, बट अगर इकोनॉमिक के हिसाब ना देखूँ तो प्रॉफिट है। जिस कस्टमर ਨੂੰ मैं प्रोडक्ट 40,000 ਦਾ ਵੇਚ ਰਿਹਾ जब मेरे को 40,000 आ रहा है 40,000 सोचो तो ही मैं किहड़े किस चीज ਨੂੰ रिकवर अप कर रहा। 40,000 ਵਿੱਚ ਪਹਿਲੇ 10,000 ਨਾਲ रिकवर कर रहा मैं क्या, फिर उस तरह 20,000 ਨਾਲ रिकवर कर रहा क्या। 30,000 ਨਾਲ ਤੇ दो रिकवरियां हो गई, बाकी जो आया 10,000 क्या मैं लगाया था वो था मैं सेल उधर जॉब छड्डी ਜਿਹਦੇ ਕਰਕੇ ਮੈਨੂੰ ਕਿੰਨਾ ਨੁਕਸਾਨ ਹੋਇਆ 10,000 ਉਹ ਵੀ ਕਮਾ ਲਿਆ ਇਧਰੋਂ ਕਿੰਗ ਵਾਲਾ। तो अगर कमा रहा है इट मींस मैं प्रॉफिट विच है लॉस विच है। नहीं समझे यार। पल्ले पे कुछ तो गौर करना इत्थे नील नहीं है, इत्थे भी तुसीं किते ना किते क्या कमा रहे प्रॉफिट। कितना प्रॉफिट कमा रहे नहीं समझे यार। पल्ले पे कुछ आराम नाल हुण तुसीं हैंड रेस करके दसना है और हुण पता भी लग जाना किहड़ी स्टूडेंट नूं हजे भी प्रॉब्लम आ रही है। आपां चेक कर लेना उस चीज कोई इशू नहीं। दसो इत्थे प्रॉफिट कितना है। हाँ शेर खान बेटा इत्थे जो प्रॉफिट है ना 10,000 नहीं है कितना है समझे सोचो समझो देखो बोल किन्ने दी बिक्री जिच 50,000 ਵਿੱਚ ਲੇਬਰ ਦਾ 10,000 ਰਿਕਵਰ ਹੋ ਰਿਹਾ, ਰॉ ਮਟੀਰੀਅਲ ਦਾ ਕਿੰਨਾ ਰਿਕਵਰ ਹੋਇਆ ਤੁਹਾਡੀ ਤਾਂ ਕੋਸਟ ਤੇ ਸਾਰੀ ਰਿਕਵਰੀ ਹੋ ਗਈ। नहीं समझे यार। ਤੁਹਾਨੂੰ ਪੈਸਾ ਤਾਂ 50,000 ਆ ਰਿਹਾ 30,000 ਦੇ ਵਿੱਚ ਇਹ ਵਾਲੀ ਕੋਸਟ ਰਿਕਵਰ ਹੋ ਗਈ, ਬਾਕੀ 10,000 ਜਿਹੜਾ ਉੱਥੇ ਜੌਬ ਕਰ ਰਿਹਾ था नहीं जॉब ਛੱਡਦੀ ਉਹਦੇ ਕਰਕੇ ਨੁਕਸਾਨ ਹੋ ਰਿਹਾ ਰਿਕਵਰ ਹੋਇਆ 10,000 ਇਹ ਕਮਾ ਲਿਆ, ਇਸ ਤੋਂ ਵੀ ਉੱਪਰ ਹੋਰ ਕਮਾ ਲਿਆ ਕਿੰਨਾ ਤਾਂ प्रॉफिट कितना होया नहीं समझे यार। याद रहेगा। और आ देखो जरा चीज ਤੁਸੀਂ ਕਿੰਨੇ ਦੱਸ ਰਹੇ
मतलब कि बेच कॉस्ट दस 40,000 बिक्री किन्ने दी दसो इत्थे दसो इत्थे क्या रिजल्ट है हाँ प्रॉफिट 10,000 गौर करना आ एक तमन्ना ध्यान दे देखो ਤੁਸੀਂ ਬੋਲ ਕਿੰਨੇ ਦੀ ਵੇਚ ਰਹੇ ਸੈਲਿੰਗ ਪ੍ਰਾइस है 30,000 ਦੀ ਵੇਚ ਰਹੇ ਜਿਹਨੂੰ ਉਹ 30,000 ਦੇ ਰਿਹਾ ਤੁਹਾਨੂੰ और 30,000 ਦੇ ਵਿੱਚ ਸਿਰਫ ਲੇਬਰ ਕੋਸਟ रिकवर हो रही और क्या ये तो पूरा पूरा रिकवर हो गया नहीं समझे यार यही तो पैसा लगाया था ये नुकसान नहीं रिकवर होया नहीं समझ रहे यार तो अगर ये वाला लॉस नहीं रिकवर होया ਇਹਨੂੰ ਕਮਾ ਲੈਂਦੇ ਤਾਂ ਪ੍ਰੋਫਿਟ ਹੋਣਾ ਸੀਗਾ ਹੁਣ ਅਗਰ ਇਹ ਨਹੀਂ ਕਮਾਇਆ ਤਾਂ ਕਿਤੇ ਨਾ ਕਿਤੇ ਇਹ ਵਾਲੀ ਕੋਸਟ ਪੂਰੀ ਪੂਰੀ ਰਿਕਵਰ ਹੋਗੀ ਕਿ ਨਹੀਂ ਹੋਗੀ ਉਹ ਨਹੀਂ ਸਮਝੇ ਯਾਰ ਤਾਂ ਇਸ ਕੇਸ ਦੇ ਵਿੱਚ ਆਪਾਂ ਕੋਲ ਕੋਈ ਲੋਸ ਲੂਸ ਕੁਝ ਨਹੀਂ ਹੋ ਰਿਹਾ ਨਾ ਪ੍ਰੋਫਿਟ ਹੈ ਨਾ ਹੀ क्या है लॉस नहीं समझे यार पहले ਵਿਆਹ ਕੁਝ ਇੱਥੇ ਦੱਸੋ ਫਟਾਫਟ गौर करना असल विच क्या है खर्चा तो ही पै रहा 10 प्लस 20,000 करके किन्ना 30,000 बट बोल जिस वेले मैं बेच रहा किन्ने बिक रही 20,000 ਉਹਦੇ ਵਿੱਚ ਤਾਂ ਸਿਰਫ 10,000 ਦੀ ਲੇਬਰ ਕੋਸਟ ਪੂਰੀ ਰਿਕਵਰ ਹੋ ਰਹੀ ਰॉ ਮਟੀਰੀਅਲ ਦਾ 10,000 ਰਿਕਵਰ ਹੋ ਰਿਹਾ ਬਾਕੀ ਹੋਰ 10,000 ਰਿਕਵਰ ਹੀ ਨਹੀਂ ਹੋ ਰਿਹਾ ਤਾਂ ਗੌਰ ਕਰਨਾ ਇੱਥੇ ਲੋਸ 20,000 ਦਾ ਨਹੀਂ ਹੈ ਲੋਸ ਕਿੰਨੇ ਦਾ ਹੈ 10,000 ਨਹੀਂ ਸਮਝੇ ਬੱਲੇ ਪਿਆ ਕੁਛ ਹਾਂ ਜਾਂ ਨਾ ਪਤਾ ਕਿਆ ਹੁੰਦਾ ਬੇਟਾ ਆ ਦੇਖੋ ਇਹ ਰੈਵਨਿਊ ਦੇ ਵਿੱਚ ਤੁਹਾਨੂੰ ਸਮਝਾਉਣਾ ਸੀਗਾ ਠੀਕ ਹੈ ਬਟ ਠੀਕ ਹੈ ਮੈਨੂੰ ਇੱਥੇ ਕੋਈ ਸਮਝਾ ਨਹੀਂ ਪਾਣਾ ਸੀਗਾ ਮੈਂ ਵਾਲਾ ਪੁਆਇੰਟ ਇਸ ਕਰਕੇ ਸਮਝਾਤਾਗਾ ਦੇਖੋ ਬੇਟਾ ਅਕਾਊਂਟ ਦੇ ਵਿੱਚ ਆਪਾਂ ਇਦਾਂ ਚੱਲਦੇ ਆ ਠੀਕ ਹੈ ਅਕਾਊਂਟ ਦੇ ਵਿੱਚ ਇੰਨਾ ਚੱਲਦੇ ਆ ਬਸ ਜਿੱਦਾਂ ਅਕਾਊਂਟ ਦੇ ਵਿੱਚ ਆਪਾਂ ਇਹ ਦੇਖਣੀ ਕਿ ਸਾਡੀ ਲੇਬਰ ਕਿੰਨੀ ਪਈ ਲੇਬਰ ਮਤਲਬ ਕਿ ਜਿੱਦਾਂ ਅਕਾਊਂਟ ਦੇ ਵਿੱਚ ਲੇਬਰ ਠੀਕ ਹੈ ਓਕੇ ਲੇਬਰ ਨੂੰ ਆਪਾਂ ਡਿਨੋਟ ਕਰ ਦਿੰਦੇ ਆ ਵੇजेस और ਕਾਹਦੇ ਨਾਲ ਸੈਲਰੀ दैट्स इट नहीं समझे यार जिदा फॉर एग्जांपल है 20,000 डन और उस तो बाद आप पाते क्या रॉ मटेरियल मतलब कि कॉस्ट ऑफ क्या गुड्स सोल्ड ठीक है ओके वो पाती मान लो आप चलो मैं तो हाँ बस एक कॉस्ट बन गई किन्नी नहीं समझे यार हाँ या ना पल्ले पे कुछ ਹੁਣ ਗੌਰ ਕਰਨਾ ਆ ਕੋਸਟ ਕਿੰਨੀ ਬਈ 30,000 ਯਾਦ ਰਹੇਗਾ ਹੁਣ ਆਰਾਮ ਨਾਲ ਸੈਲਿੰਗ ਪ੍ਰਾਈਸ ਹੈ ਇਹ ਕਿੰਨਾ ਔਰ ਇੱਥੇ ਪ੍ਰੋਫਿਟ ਹੋ ਰਿਹਾ ਕਿੰਨਾ ਨਹੀਂ ਸਮਝੇ ਯਾਰ ਰੀਅਲੀ ਵਿੱਚ ਇੱਥੇ ਪ੍ਰੋਫਿਟ ਹੈ ਕਿੰਨੇ ਦਾ ਬਟ ਇਹ ਜੋ ਪ੍ਰੋਫਿਟ ਤੁਸੀਂ ਨਿਕਾਲੇ ਅਕਾਊਂਟ ਦੇ ਹਿਸਾਬ ਨਾਲ ਕਾਹਦੇ ਨਾਲ ਬਈ ਪੱਲੇ ਪਿਆ ਕੁਛ ਬਟ ਗੌਰ ਕਰਨਾ ਤੁਸੀਂ ਇਕਨੋਮਿਕ ਵਿੱਚ ਇਹ ਫੰਡਾ ਲੈ ਕੇ ਚੱਲਦੇ ਹੋ ਠੀਕ ਹੈ ਓਕੇ ਇਕਨੋਮਿਕਸ ਦਾ ਫੰਡਾ ਜੋ ਆ ਕੋਸਟ ਬਣਾਉਣ ਦਾ ਫੰਡਾ ਹੀ ਕੁਝ ਹੋਰ ਹੈ ਆ ਫੰਡਾ ਹੈ ठीक है ਉਹਦੇ ਵਿੱਚ ਇਦਾਂ ਪਾਉਂਦੇ ਆਪਾਂ ਲੇਬਰ ਕਿੰਨੀ ਫਿਰ ਉਹਦੇ ਚ ਆਪਾਂ ਪਾ ਦੇਣਾ ਕਿਆ ਰॉ ਮਟੀਰੀਅਲ ਠੀਕ ਹੈ ਕਿੰਨਾ ਔਰ ਆਪਾਂ ਦੇਖਦੇ ਕਿ ਵੀ ਇੱਕ ਕੰਮ ਛੱਡਿਆ ਉਹ ਕੰਮ ਕਰਕੇ ਕਿੰਨਾ ਨੁਕਸਾਨ ਹੋਇਆ ਇਹ ਕੰਮ ਕਰ ਰਹੇ ਤਾਂ ਉਹਨਾਂ ਫਾਇਦਾ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਤਾਂ ਇੱਥੇ ਆਪਾਂ ਪਾਉਂਦੇ ਉਹਦੀ ਓਪਰਚੁਨਿਟੀ ਕੋਸਟ ਕਾ ਪਾਉਂਦੇ ਉੱਥੇ ਸੈਲਰੀ ਜਾ ਰਹੀ ਨਹੀਂ ਜਾ ਰਹੀ ਆਹ ਦੇਖੋ ਇਹਦੀ ਕੋਸਟ ਕਿੰਨੀ ਬਣ ਗਈ एक्चुअली जो 40,000 ने भी जो मैं कमाना है पहले पता कि नहीं पता नहीं समझे यार मैं कितना प्रॉफिट कमाना चाहता इस बिजनेस तो कितना ताकि वो छट के जितना नुकसान होया ਤਾਂ ਆ ਜਾਵੇ ਉਹੀ ਤਾਂ ਨਹੀਂ ਸਮਝ ਰਿਹਾ ਯਾਰ ਪੱਲੇ ਪਿਆ ਕੁਝ ਤਾਂ ਇਕਨੋਮਿਕਸ ਦੇ ਵਿੱਚ ਕੋਸਟ ਦੇ ਵਿੱਚ ਆਲਰੇਡੀ ਜੁੜਿਆ ਹੁੰਦਾ ਕਿਆ ਐਸ ਓਪਰਚੁਨਿਟੀ ਕੋਸਟ ਐਸ ਕਿਆ ਓਪਰਚੁਨਿਟੀ ਕੋਸਟ ਆ ਦੇਖੋ ਸੈਲਿੰਗ ਪ੍ਰਾइस ਕਿੰਨਾ 40,000 ਦੇਖਣਾ ਇਹਨੂੰ ਤਾਂ ਇਹ ਲੱਗੇਗਾ ਕਿ ਇੱਥੇ ਜੋ ਪ੍ਰੋਫਿਟ ਹੈ ਕਿਤੇ ਨਾ ਕਿਤੇ ਕਿੰਨੇ ਹੈ ਨੇਲ नहीं समझ रहे यार बट कहने का मतलब क्या है इतने भी प्रॉफिट है कि नहीं है ਤੁਸੀਂ ਜੋ ਵੀ ਪ੍ਰੋਡਕਟ ਹੈ 40,000 ਦਾ ਵੇਚ ਰਹੇ 40,000 ਨਾਲ ਰਿਕਵਰੀ 10,000 ਲੇਬਰ ਦੀ ਪੂਰੀ ਹੋਗੀ ਬਚ ਗਿਆ 30,000 ਕਿੰਨਾ ਬਚ ਗਿਆ ਉਹ ਚੋਂ 20,000 का ही ਰਿਕਵਰੀ ਹੋਗੀ ਉਸ ਤੋਂ ਬਾਅਦ ਵੀ ਬਚਿਆ ਕਿੰਨਾ 10,000 ਹੋਈ ਤਾਂ ਤੁਸੀਂ ਕਮਾਉਣਾ ਚਾਹੁੰਦੇ ਸੀਗੇ ਤਾਂ ਪ੍ਰੋਫਿਟ ਹੋਇਆ ਕਿ ਨਹੀਂ ਹੋਇਆ ਉਹ ਨਹੀਂ ਸਮਝੇ ਯਾਰ ਗੌਰ ਕਰਨਾ ਜੋ ਅਕਾਊਂਟਸ ਦਾ ਪ੍ਰੋਫਿਟ ਹੈ ਔਰ ਇਕਨੋਮਿਕਸ ਦਾ ਪ੍ਰੋਫਿਟ ਹੈ ਉਹ ਅਲੱਗ-ਅਲੱਗ ਹੈ ਅਕਾਊਂਟ ਵਿੱਚ ਪ੍ਰੋਫਿਟ ਨੂੰ ਆਪਾਂ ਅਲੱਗ ਤੋਂ ਨਿਕਾਲਦੇ ਆ ਜਦਕਿ ਇਕਨੋਮਿਕਸ ਦੇ ਵਿੱਚ ਆਪਾਂ ਕੋਸਟ ਦੇ ਵਿੱਚ ਹੀ ਪਹਿਲੇ ਜੋੜ ਦਿੰਦੇ ਕਿਆ पल्ले पे कुछ देख लो याद रहेगा देखो लेबर कितनी थी
ठीक है। उस तो बाद ਆਪਾਂ क्या पाया था रॉ मटेरियल कितना, ठीक है। और ਆਪਾਂ ਨਾਲ ਦੀ ਨਾਲ ਪਾਤੀ क्या कि ਉਹ ਵਾਲਾ ਕੰਮ ਜੋ ਛੱਡਿਆ ਸੈਲਰੀ ਉੱਥੇ ਨਹੀਂ ਜਾ ਰਹੀ थी ਤਾਂ ਇਹ ਲਗਾਤੀ ਆਪਾਂ क्या टोटल कॉस्ट कितनी होगी। ਤੁਸੀਂ अगर याद करोगे ना टोटल कॉस्ट का फॉर्मूला भी ये था कॉस्ट वाला चैप्टर अगर रिवाइज किया होए टोटल कॉस्ट इज इंप्लिसिट कॉस्ट प्लस क्या एक्सप्लिसिट। ये जो है दो ये तो एक्सप्लिसिट है और एक है इंप्लिसिट, ये आउट ऑफ पॉकेट है, ये अपने रिसोर्स यूज करने दी है कि नहीं है, समझे कि नहीं समझे। याद है ना उਦੋਂ ਤੁਸੀਂ ਕਹਿ ਰਹੇ ਸੀਗੇ ਕਿ ਗੋਪਾਲ ਆਪਣੀ ਬਿਲਡਿੰਗ ਵਿੱਚ ਕੰਮ ਕਰ ਰਿਹਾ ਉਹਦੀ ਕੋਸਟ ਜ਼ੀਰੋ ਹੈ, ਕਿਆ ਜ਼ੀਰੋ ਸੀ ਉਹ ਵਾਲੀ ਚੀਜ਼ ਨਹੀਂ ਸਮਝ ਰਹੇ ਯਾਰ, ਬੱਲੇ ਪਿਆ ਕੁਛ। ਹੁਣ ਆਰਾਮ ਨਾਲ ਆ ਦੇਖੋ ਜਰਾ केस नंबर 1 आ, ठीक है ओके। सेलिंग प्राइस जो है वो है ਤੁਹਾਡਾ 40,000, ठीक है ओके। और जो कॉस्ट है वो भी कितनी है 40, समझ रहे। तो ਹੁਣ वैसे तो ਇੱਥੇ दिख रहा कि जो मेरा प्रॉफिट है वो कितना है नील, बट क्या नील है नहीं, ਇੱਥੇ भी प्रॉफिट है कितना है कमा रहा पूरा पूरा कि नहीं। शेर खान में बोल 40,000 ਦੀ ਵੇਚ ਰਿਹਾ, 40,000 ਵਿੱਚ 10,000 ਲੇਬਰ ਦਾ ਮਿਲ ਗਿਆ, 20,000 ਕਾਹਦਾ ਮਿਲ ਗਿਆ ਰॉ ਮਟੀਰੀਅਲ ਦਾ, ਔਰ ਮੈਂ ਵੀ ਤਾਂ ਕਮਾਇਆ ਹੈ ਨਾ, ਕਿੰਨਾ ਕਮਾਇਆ ਕਮਾਇਆ ਕਿ ਨਹੀਂ ਕਮਾਇਆ, ਜਿੰਨਾ ਮੈਨੂੰ ਚਾਹੀਦਾ ਹੈ ਜਿੰਨਾ ਮੇਰਾ ਉਧਰ ਨੁਕਸਾਨ ਹੋ ਰਿਹਾ ਸੀਗਾ ਉਹਨਾਂ ਪੂਰਾ ਕਮਾ ਰਿਹਾ ਕਿ ਨਹੀਂ ਕਮਾ ਰਿਹਾ। ਤਾਂ ਬੇਟਾ ਅਕਾਊਂਟਸ ਦੇ ਵਿੱਚ ਨਾ ਸੌਰੀ ਇਕਨੋਮਿਕਸ ਦੇ ਵਿੱਚ ਇਹਨੂੰ ਬੋਲਦੇ ਆ ਨਾਰਮਲ ਪ੍ਰੋਫਿਟਸ। क्या बोलते हैं नॉर्मल प्रॉफिट, क्या बोलते हैं नॉर्मल प्रॉफिट। जिस वेले सेलिंग प्राइस या इनू ਆਪਾਂ ਬੋਲਦੇ ਆ ਰੈਵਨਿਊ, क्या बोलते हैं रेवेन्यू, रेवेन्यू इज इक्वल टू कॉस्ट, रेवेन्यू इज इक्वल टू क्या कॉस्ट। मतलब कि जिन्ना ਤੁਹਾਡਾ ਖਰਚਾ ਹੈ ਉਹ ਸਾਰਾ ਸਾਰਾ ਰਿਕਵਰ ਹੋ ਰਿਹਾ ਕਾਹਦੇ ਨਾਲ, ਉਹ ਹਾਂ या ना क्या बोल रहे यार, जिन्ना खर्चा खर्चा मतलब कॉस्ट सारी कॉस्ट का ना रिकवर हो रही सेलिंग प्राइस नाल, वो नहीं समझ रहे यार। वैसे अगर अकाउंट्स में देखोगे अकाउंट्स में मैं बोलूँ कि कॉस्ट 40,000 है, ठीक है, और सेलिंग प्राइस कितना ਤੁਹਾਡਾ 40,000, ਤੁਸੀਂ ਬੋਲਣਾ ਕਿ ਇੱਥੇ ਤਾਂ नो प्रॉफिट नो लॉस। बट जद कि इकोनॉमिक्स ਦੇ ਵਿੱਚ अगर ਤੁਹਾਡਾ रेवेन्यू ਕਾਦੇ ਬਰਾਬਰ ਆ ਗਿਆ ਉਹ नहीं समझे यार, ਤਾਂ ਵੀ ਤੁਹਾਡੇ क्या है प्रॉफिट, बट केड़े प्रॉफिट है नॉर्मल प्रॉफिट। वो समझे कि नहीं समझे, केड़े प्रॉफिट है वो भाई याद रहेगा पक्का। दूसरी चीज आ दूसरा केस रेवेन्यू बोल लो इनू या बोलो क्या सेलिंग, सेलिंग प्राइस कितना ਤੁਹਾਡਾ 50 ਦਾ एंड जो ਤੁਹਾਡੀ कॉस्ट है वो कितनी है 40। बोलो बेटा इतने प्रॉफिट है कि नहीं है, कितने प्रॉफिट है। वैसे आम बंदा बोलेगा कितने है, बट नहीं 10,000 नहीं है इतने कितने है, समझे समझे। क्योंकि प्रोडक्ट बेच रहे ਆਪਾਂ 50,000 ਦਾ ਜਿਸ 10,000 20,000 ਰॉ ਮਟੀਰੀਅਲ ਲੇਬਰ ਦੇ ਕਰ ਕਵਰ ਹੋ ਰਹੇ, ਉਸ ਤੋਂ ਬਾਅਦ ਵੀ ਬਚ ਰਹੇ 20,000, ਜਿਸ 10,000 ਸਾਡਾ ਇਹ ਵਾਲਾ ਕਵਰ ਹੋ ਰਿਹਾ ਉਸ ਤੋਂ ਵੀ ਉੱਪਰ ਕਵਰ ਹੋ ਰਿਹਾ ਕਿ ਨਹੀਂ ਹੋ ਰਿਹਾ, ਜਿੰਨਾ ਆਪਾਂ ਕਮਾਣਾ ਚਾਹੁੰਦੇ ਸੀ ਉਸ ਤੋਂ ਵੀ ਜ਼ਿਆਦਾ ਕਮਾ ਰਹੇ ਕਿ ਨਹੀਂ ਕਮਾ ਰਹੇ। तो ਇੱਥੇ जो प्रॉफिट है ਉਹਨੂੰ ਆਪਾਂ ਬੋਲਦੇ ਆ abnormal profit, क्या बोलते हैं abnormal profit, भाई याद रहेगा abnormal profit क्या बोलते हैं, वो नहीं समझे यार। तो आ देखो इस केस ਦੇ ਵਿੱਚ रेवेन्यू 40,000 कॉस्ट कितनी नॉर्मल प्रॉफिट ਕਿਹੜੇ, बट इस केस ਦੇ ਵਿੱਚ दूसरे केस ਦੇ ਵਿੱਚ ठीक है ओके रेवेन्यू रेवेन्यू ग्रेटर देन क्या कॉस्ट है कि नहीं है। रेवेन्यू 50,000 है कॉस्ट कितनी है बेटा इस जगह पे क्या होने ਤੁਹਾਡੇ एबनॉर्मल प्रॉफिट, बड़ा याद रहेगा ये बहुत इंपॉर्टेंट चीज है। कई बार 1 2 नंबर का या 3 नंबर का न्यूमेरिकल दे ਜਾਂਦਾ का याद रहेगा। पहले पिया कुछ लिखो जरा फटाफट, ठीक है। बाकी लॉस के बारे जो रेवेन्यू पढ़ोगे ना उस वेले करा।
चलिए केस नंबर 3 भी चलो देख ही रहे थे। देखो सैलिंग प्राइस है ਤੁਹਾਡਾ, सॉरी टोटल कॉस्ट जो है ਤੁਹਾਡੀ है कितनी है ना, और जो सेलिंग प्राइस है वह 25,000 कितने 25 है ना। दोस्तों से प्रॉफिट है क्या थे लॉस है, कितना लॉस है। वैसे उदा अगर अकाउंट के हिसाब से देखूँ तो 15,000 है, नहीं समझ रहे यार। जदि इकनॉमी के हिसाब से कितना गा याद रखना हूँ ये लॉस है, ठीक है। बट ਆਪਾਂ ਇਹਨੂੰ क्या बोलते हैं इकोनॉमिक्स ਦੇ ਵਿੱਚ, ठीक है ओके। ਇਹਨੂੰ बोलते हैं सब नॉर्मल, सब नॉर्मल प्रॉफिट्स क्या बोलते हैं, कहने का मतलब कि लॉस ही है या ना भाई, याद रहेगा। जिस वेले टोटल रेवेन्यू ਲੈਸ देन क्या टोटल कॉस्ट, तो उस वेले ਜਿਹੜਾ ਹੁੰਦਾਗਾ ਤੁਹਾਡਾ क्या ਹੁੰਦਾ है सब नॉर्मल प्रॉफिट्स, या बेसिकली ये क्या ਹੁੰਦਾਗਾ लॉ, भाई याद रहेगा कर लो। चलिए बेटा समझे ਹੁਣ कुछ। सो मेन चीज जो है ना, मेन चीज यही है बेटा। आ बनाया तुसी कि उद्दे लिखी गए इधर ਦਾ ਹੀ ਆ ਬਣਾਇਆ ਹੈ, ਆ ਬਣਾ ਲੈਣਾ। ਮੇਨ ਚੀਜ਼ ਇਹ ਹੈ, ਚੱਕਰ क्या ਹੁੰਦਾ ਹੈ ਇਕਨੋਮਿਕਸ ਦੇ ਵਿੱਚ ਜਿਸ ਵੇਲੇ ਟੋਟਲ ਕੋਸਟ ਨਿਕਾਲਦੇ ਉਹਦੇ ਵਿੱਚ ਇੰਪਲੀਸਿਟ ਕੋਸਟ ਵੀ ਹੁੰਦੀ ਹੈ ਪਲੱਸ ਕਿਹੜੀ ਹੁੰਦੀ ਹੈ ਐਕਸਪਲੀਸਿਟ। जद कि अकाउंट्स ਦੇ ਵਿੱਚ सिर्फ ਆਪਾਂ ਲੈਂਦੇ ਆ एक्सप्लिसिट कॉस्ट लेबर एंड क्या रॉ मटेरियल, याद रहेगा पक्का। चलो ਹੁਣ ਇਹਨਾਂ ਦੋਨਾਂ ਨੂੰ ਮਿਕਸ ਅਪ ਨਾ ਕਰ ਲੈਣਾ। अकाउंट का प्रॉफिट अलग रहेगा और इकोनॉमिक्स का प्रॉफिट क्या रहेगा। एक छोटा ਜਿਹਾ पॉइंट भी है ਕਿੰਨੀ ਜ਼ਿਆਦਾ ਵੇਟੇਜ ਰੱਖਦਾ ਹੈਗਾ ਉਹ, ਠੀਕ ਹੈ ਓਕੇ। ਇਸੇ ਕਰਕੇ ਬੋਲ ਰਿਹਾ ਕਿ ਤੁਹਾਡੇ ਕੋਲੇ 3 to 4 ਮਾਰਕਸ ਲਾ ਸਕਦਾ ਹੈ। ਹੁਣ ਆ ਦੇਖੋ ਧਿਆਨ ਦਿਓ, अ फर्म अंडर परफेक्ट कंपटीशन अर्नस ओनली नॉर्मल प्रॉफिट इन द क्या लॉन्ग रन। बोलता जिन्नी भी फर्म्स है ना परफेक्ट मार्केट कंपटीशन ਦੇ ਵਿੱਚ, ठीक है आ देख लो। बोलता वो सिर्फ अर्न करदी है केड़ा प्रॉफिट नॉर्मल प्रॉफिट इन लॉन्ग रन, इन तो ਤੁਹਾਨੂੰ तीन कैटेगरी दसी है, ठीक है। एक है ਤੁਹਾਡਾ क्या नॉर्मल प्रॉफिट भी समझ रहे, और एक है ਤੁਹਾਡਾ क्या अब नॉर्मल प्रॉफिट ओ हाँ या ना, और एक है ਤੁਹਾਡਾ क्या सब नॉर्मल प्रॉफिट। आराम ਨਾਲ नॉर्मल प्रॉफिट उस वेले होएगा जिस वेले टोटल रेवेन्यू कादे बराबर होएगी टोटल को। इतने तक कॉस्ट और रेवेन्यू दोनों बराबर है। अकाउंट्स वाला बंदा देखेगा इतने केड़ा प्रॉफिट है कोई भी नहीं है, बट उन्हें ये नहीं पता कि टोटल कॉस्ट ਦੇ ਵਿੱਚ ਆਪਾਂ पहले क्या रख लिया। तो याद है कुछ नहीं समझे। एंड abnormal प्रॉफिट जिस वेले टोटल रेवेन्यू ग्रेटर देन क्या टोटल कॉस्ट, जिस वेले ਆਪਾਂ 40,000 वाली चीज 40,000 ਵਿੱਚ ਵੇਚੋਗੇ ਤਾਂ ਹੈ प्रॉफिट ਉੱਤੇ 10,000 याद है। जिस वेले 40,000 वाली चीज 50,000 ਵਿੱਚ ਵੇਚੋਗੇ वो तो नॉर्मल प्रॉफिट के ऊपर चले गए, क्या हो गया सब नॉर्मल प्रॉफिट उस वेले जिस वेले टोटल रेवेन्यू लेस देन क्या टोटल समझे कि नहीं समझे। मतलब है कि 40,000 टोटल कॉस्ट रखी ਸੀਗੀ ਜਿੱਚੋਂ ਆਪਾਂ ਰੈਵਨਿਊ ਜੋ ਵੇਚ ਰਹੇ ਆ ਚੀਜ਼ ਨੂੰ ਵੇਚ ਰਹੇ 25,000 ਵਿੱਚ, ਨਹੀਂ ਸਮਝ ਰਿਹਾ ਤਾਂ ਉਹਦੇ ਵਿੱਚ ਤਾਂ ਕਿਤੇ ਨਾ ਕਿਤੇ ਆਪਾਂ ਆਪਣੀ ਕੋਸਟ ਵੀ ਰਿਕਵਰ ਨਹੀਂ ਕਰ ਪਾ ਰਹੇ, ਕਮਾ ਤਾਂ ਆਪਾਂ ਕੁਛ ਨਹੀਂ ਪਾ ਰਹੇ। तो बेसिकली ये लॉस क्या है भाई याद रहेगा पक्का। ਹੁਣ ਗੌਰ ਕਰਨਾ ਆਰਾਮ ਨਾਲ ਧਿਆਨ ਦਿਓ ਜਰਾ। ਬੋਲਦਾ ਜਿਹੜੀ ਫਰਮਸ ਹੈ ਨਾ ਕਾਦੇ ਵਿੱਚ परफेक्ट मार्केट कंपटीशन, ਉਹ ਬੋਲਦਾ ਹਮੇਸ਼ਾ ਹੀ ਤੁਸੀਂ ਇਹ परफेक्ट मार्केट कंपटीशन ਵਿੱਚ ਕੰਮ ਕਰ ਰਹੇ ਨਾ ਤਾਂ ਬੋਲਦਾ ਤੁਸੀਂ ਹਮੇਸ਼ਾ ਜੋ ਕਮਾਣਾ ਹੈ ਉਹ ਕਿਆ ਕਮਾਣਾਗਾ ਤੁਸੀਂ ਕਦੀ ਵੀ ਅਬਨੋਰਮਲ प्रॉफिट नहीं कमा सकते, ना अबनॉर्मल प्रॉफिट्स ना ही ਤੁਸੀਂ ਕਦੀ ਕਮਾਣਾ क्या सब नॉर्मल प्रॉफिट। जो कमाओगे हमेशा क्या कमाओगे नॉर्मल।
समझे कि समझे ਹੁਣ ਇਹ ਕਿੱਦਾਂ ਆ ਦੇਖੋ ਸੁਣੋ ਚੱਕਰ क्या ਹੁੰਦਾਗਾ ਆ ਦੇਖੋ ਫੰਡਾ ਇਹ ਹੁੰਦਾਗਾ ਪਹਿਲੇ ਤਾਂ ਆਪਾਂ ਚੱਲਦੇ ਹਾਂ ਕਿ ਲੌਂਗ ਰਨ ਦੇ ਵਿੱਚ ਉਹਨਾਂ ਖੁਦ ਹੀ ਦੱਸਦਾ ਕਿ ਲੰਬੇ ਸਮੇਂ ਤੱਕ ਅਗਰ ਤੁਸੀਂ ਇਸ ਬਿਜ਼ਨਸ ਦੇ ਵਿੱਚ ਕੁਝ ਕਮਾ ਸਕਦੇ ਹੋ ਤਾਂ ਉਹ ਸਿਰਫ ਕਿਆ ਕਮਾ ਸਕਦੇ ਹੋ ਆਰਾਮ ਹੁਣ ਆਰਾਮ ਜਿੱਦਾਂ ਕਿ ਫੋਰ ਐਗਜ਼ਾਮਪਲ ਆ ਦੇਖੋ ਫॉर्म है ਉਹਦੀ ਕੋਸਟ ਜੋ ਹੈ ਕਿੰਨੀ ਹੈ 40,000 ਸਮਝ ਰਹੇ ਜਦ ਕਿ ਜਿਹਦਾ ਸੈਲਿੰਗ ਪ੍ਰਾइस ਜੋ ਹੈ ਠੀਕ ਹੈ ਓਕੇ ਉਹ ਵੀ ਕਿੰਨਾ ਹੈ 40,000 ਤਾਂ ਠੀਕ ਹੈ ਸਾਨੂੰ ਲੱਗ ਰਿਹਾ ਵੈਸੇ ਤਾਂ ਕਿ ਇੱਥੇ ਨੋ ਪ੍ਰੋਫਿਟ ਨੋ ਲਾ ਬਟ ਹੈ ਇੱਥੇ ਵੀ ਪ੍ਰੋਫਿਟ ਕਿੰਨਾ ਉਹੀ ਐਗਜ਼ਾਮਪਲ ਲੈ ਕੇ ਚੱਲ ਰਿਹਾ 10,000 ਦਾ ਪ੍ਰੋਫਿਟ ਹੈ ਕਿੰਨੇ ਦਾ ਔਰ ਉਹ ਕਿਹੜਾ ਪ੍ਰੋਫਿਟ ਹੈ ਬਈ ਸਮਝ ਰਹੀ ਨਾਰਮਲ ਪ੍ਰੋਫਿਟ ਹੈ ਕਿਹੜਾ ਪ੍ਰੋਫਿਟ ਹੈ ਆਰਾਮ ਨਾਲ ਫਰਮਸ ਨਾਲ ਨਾਰਮਲ ਪ੍ਰੋਫਿਟ ਕਮਾ ਰਹੀਆਂ ਸੀਗੀਆਂ ਬਟ ਇੱਕਦਮ ਕਿਆ ਹੋਇਆ ਆ ਦੇਖੋ ਇੱਕਦਮ ਨਾ ਸੈਲਿੰਗ ਪ੍ਰਾइस ਇਨਕਰੀਜ਼ ਹੋ ਗਿਆ ਜਾਂ ਪਰਫੈਕਟ ਮਾਰਕੀਟ ਦੇ ਵਿੱਚ ਠੀਕ ਹੈ ਜੋ ਪ੍ਰਾइस ਹੈ ਉਹ ਕਿਤੇ ਨਾ ਕਿਤੇ ਕਿਆ ਹੋ ਗਿਆ ਇਨਕਰੀਜ਼ ਪ੍ਰਾइस ਕਿਆ ਹੋ ਗਿਆ ਉਹ ਨਹੀਂ ਸਮਝੇ ਯਾਰ ਹੁਣ ਉਹਨਾਂ ਕਿਆ ਇੰਪੈਕਟ ਬਣੇ ਕੋਸਟ ਤਾਂ ਹੀ ਰਹੇਗੀ ਤੁਹਾਡੀ ਕੋਸਟ ਤਾਂ ਹੀ ਰਹੇਗੀ ਬਟ ਜੋ ਸੈਲਿੰਗ ਪ੍ਰਾइस ਹੈ ਮੰਨ ਲਓ ਹੋ ਗਿਆ ਕਿੰਨਾ 50 ਦਾ ਬੇਟਾ ਸਮਝ ਰਹੇ ਤਾਂ ਗੌਰ ਕਰਨਾ ਇੱਥੇ ਆਪਾਂ ਪ੍ਰੋਫਿਟ ਕਮਾ ਰਹੇ ਕਿੰਨਾ 20,000 नॉर्मल प्रॉफिट नहीं हो गया हुणे अब नॉर्मल प्रॉफिट भी समझे नहीं समझे आराम नाल क्या कह रहा है सुनना समझना बोलदा लॉन्ग रन दे विच ना ठीक है जो फर्म्स है इन परफेक्ट मार्केट कंपटीशन उन्होंने कमाना क्या बोलदा ना सब नॉर्मल प्रॉफिट कमाने ना अब नॉर्मल प्रॉफिट कमाने लॉन्ग रन दे विच शॉर्ट रन दे विच नहीं बोल रहा लॉन्ग रन मतलब कि लंबे समय दे विच बट गौर करना कई बारी क्या होंदा आ देखो ਸ਼ੋਰਟ ਰਨ ਦੇ ਵਿੱਚ ਕੀ ਹੁੰਦਾ ਕਈ ਵਾਰੀ ਇੱਕਦਮ ਹੀ ਪਰਫੈਕਟ ਮਾਰਕੀਟ ਕੰਪੀਟੀਸ਼ਨ ਦੇ ਵਿੱਚ ਪ੍ਰਾਈਸਿਸ ਵੱਧ ਜਾਂਦੇ 50,000 ਹੋ ਗਏ ਕੋਸਟ ਤਾਂ 40,000 ਹੀ ਹੈ ਜਿਹਦੇ ਕਰਕੇ ਫਰਮਸ ਕਿਆ ਕਮਾਣੀ ਸਟਾਰਟ ਕਰ ਦਿੰਦੀ ਹੈ ਹੁਣ ਇਹ ਨਾਲ ਕਿਆ ਹੁੰਦਾਗਾ ਬਾਹਰ ਨਾ ਪਲੇਅਰਸ ਖੜੇ ਹੋਏ ਹੁੰਦੇ ਆ ਪਲੇਅਰਸ ਮਤਲਬ ਕਿ ਹੋਰ ਫਰਮਸ ਹੁੰਦੀਆਂ ਪਹਿਲੇ ਇਹ ABC ਫਰਮ ਹੈ ਠੀਕ ਹੈ ਓਕੇ ਇਹ ਫਰਮ ਦੇਖ ਰਹੀ ਸੀ ਕਿ ਯਾਰ ਇਸ ਮਾਰਕੀਟ ਦੇ ਵਿੱਚ ਫਿਲਹਾਲ ਕਿਹੜੇ ਪ੍ਰੋਫਿਟ ਹੈ ਮੈਂ ਨਹੀਂ ਆਣਾ ਯਾਰ ਮੈਂ ਨਹੀਂ ਆਣਾ ਇਹ ਨਹੀਂ ਆ ਰਹੀ ਸੀ ਬਾਹਰ ਹੀ ਰਹਿ ਰਹੀ ਸੀ ਫਰਮ बोलती अपा नीचे बिजनेस करना नहीं समझ रहे यार फार्मर था ये बोला कि नहीं यार नॉर्मल प्रॉफिट है मैं नहीं अपनी राइस या बीट इतने जाके सेल करूंगा बेटा समझ रहे गोपाल पिछले एक्सेल लगा ली बड़ा इंपॉर्टेंट है और चलो बट एकदम क्या होया पता नहीं क्या होया मार्केट दे विच एकदम प्राइसेस इंक्रीज हो गए किन्ने 50,000 वो है ना जिदे करके शॉर्ट थोड़े टाइम पीरियड वास्ते फर्म्स ने क्या कमाना स्टार्ट करता हुण ये जो है ना प्लेयर या फार्मर ये भी हम मार्केट ਦੇ ਵਿੱਚ ਆ ਜਾਏਗਾ क्योंकि पहले ये नहीं आ रहा था ये बोल रहा था कि इस ਇਹਦੇ ਵਿੱਚ ਅਜੇ ਤੱਕ ਮਾਰਕੀਟ ਦੇ ਵਿੱਚ ਕਿਹੜੇ ਪ੍ਰੋਫਿਟ ਹੈ ਬਟ ਹੁਣ क्या हो गए ਹੁਣ ਇਹਨੂੰ ਵੀ ਪਤਾ ਲੱਗ ਗਿਆ ਕਿ ਕਿਤੇ ਨਾ ਕਿਤੇ ਇਹ ਜੋ ਹੈ ਫਾਰਮ ਆਫ ਮਾਰਕੀਟ ਹੈ ਜ਼ਿਆਦਾ ਕਮਾਉਣਾ ਸਟਾਰਟ ਕਰ ਗਈ ਤਾਂ ਇਹਨੇ ਵੀ ਹੁਣ ਇੱਥੇ ਆ ਜਾਣਾ ਉਹ ਹੈ ਨਾ ਕਿਉਂਕਿ ਤੁਸੀਂ ਕੱਲ ਇੱਕ ਪੁਆਇੰਟ ਪੜਿਆ था कि परफेक्ट मार्केट कंपटीशन ਦੇ ਵਿੱਚ एंट्री एंड क्या एग्जिट ये टोटली क्या है फ्री है जद मर्जी आओ जद मर्जी जाओ बट चक्कर पता क्या होएगा ਇਹਦੇ ਆਉਣ ਨਾਲ ਇੱਕ ਪ੍ਰੋਬਲਮ ਹੋ ਜਾਏਗੀ ਦੇਖ ਕੇ ਤਾਂ ਆਇਆ ਕਿ ਉਹ ਨਾਰਮਲ ਪ੍ਰੋਫਿਟ ਹੋ ਰਿਹਾ ਬਟ ਜਿੱਦਾਂ ਹੀ ਆਏਗਾ ਨਾ ਮੇਨ ਫੰਡਾ ਹੀ ਰਹੇਗਾ ਇਹਦੇ ਆਉਣ ਨਾਲ ਨਾ ਠੀਕ ਹੈ ਓਕੇ ਇੱਕ ਮਿੰਟ ਹੋਲਡ ਕਰਨਾ ਇਹਦੇ ਆਉਣ ਨਾਲ ਨਾ ਇਸ ਚੀਜ਼ ਤੇ ਇੰਪੈਕਟ ਪਏਗਾ ਕਾਹਦਾ ਇੰਪੈਕਟ ਪਏਗਾ जो परफेक्ट मार्केट कंपटीशन ਵਿੱਚ ਸਪਲਾਈ ਹੈ ਉਹ क्या कर जाएगी इंक्रीज नहीं समझे यार पहले ਵਿਆਹ ਕੁਝ ਹੁਣ ਜਿੱਦੇ ਸਪਲਾਈ ਇੰਕਰੀਜ਼ ਕਰ ਗਈ सप्लाई बढ़ गई प्राइस से इंपैक्ट पड़ेगा हाँ भाई वो तो अच्छा था ठीक है डन है बट वो सही दसदा का प्राइस क्या कर जने जिद्दे ने आए ना इन्हें तो सोच के आना कि ये तो नॉर्मल प्रॉफिट हो रहे बट अगर ये आ गया इन्हें भी इतने आगे वीट राइस बेचना स्टार्ट कर देना ये करके सप्लाई इंक्रीज कर जानी है कोस्ट तो ही रहनी है कोस्ट कितनी 40,000 बट हुण प्राइस जो है कितने ना कितने स्लिप कर जाने जेडे बढ़ गए सीगे ਜਿਹਦੇ ਕਰਕੇ ਅਬਨੋਰਮਲ ਪ੍ਰੋਫਿਟ ਹੋ ਰਿਹਾ ਤਾਂ ਸ਼ਾਰਟ ਰਨ ਦੇ ਵਿੱਚ ਨਹੀਂ ਸਮਝ ਰਿਹਾ ਯਾਰ ਇਹਦੇ ਆਣ ਕਰਕੇ ਉਹ ਸਪਲਾਈ ਵੱਧ ਗਈ ਔਰ ਪ੍ਰਾਈਸ ਜੋ ਹੈ ਨੀਚੇ ਆ ਗਈ ਨਹੀਂ ਸਮਝੇ ਯਾਰ ਤਾਂ ਇੱਥੇ ਹੁਣ ਕਿੰਨਾ ਕਮਾ ਰਹੇ ਆਪਾਂ ਔਰ ਕਿਹੜਾ ਪ੍ਰੋਫਿਟ ਤਾਂ ਇਹ ਫੰਡਾ ਚੱਲਦਾ ਨਹੀਂ ਸਮਝੇ ਯਾਰ ਤਾਂ ਬੋਲਦਾ ਯਾਰ ਇੱਥੇ ਲੌਂਗ ਰਨ ਦੇ ਵਿੱਚ ਫਰਮਸ ਹਮੇਸ਼ਾ ਕਮਾਉਂਦੀਆਂ ਕਿਹੜਾ ਪ੍ਰੋਫਿਟ ਬਟ ਬਾਈ ਚਾਂਸ ਸ਼ਾਰਟ ਰਨ ਦੇ ਵਿੱਚ ਕਿਤੇ ਅਬਨੋਰਮਲ ਪ੍ਰੋਫਿਟ ਹੋਣਾ ਸਟਾਰਟ ਵੀ ਹੋ ਜਾਵੇ ਨਾ ਤਾਂ ਬਾਕੀ ਜਿਹੜੇ ਬਾਹਰਲੇ ਪਲੇਅਰ ਹੁੰਦੇ ਨਾ ਉਹ ਸੋਚਦੇ ਕਿ ਹੁਣ ਤਾਂ ਪ੍ਰੋਫਿਟ ਇਸ ਮਾਰਕੀਟ ਦੇ ਵਿੱਚ ਪ੍ਰੋਫਿਟ ਹੀ ਬਹੁਤ ਹੈ ਔਰ ਉਹ ਵੀ ਆ ਜਾਂਦੇ ਫਿਰ फॉर्म्स दी नंबर ऑफ फॉर्म्स जो है ਉਹਦੀ एंट्री क्या ਹੁੰਦੀ ਹੈ फ्री है एंट्री एंड एग्जिट फ्री है तो नंबर ऑफ फॉर्म्स बढ़ जानी है
जब नंबर ਤੁਸੀਂ ਪਿਛਲੇ ਚੈਪਟਰ ਦੇ ਵਿੱਚ ਦੇਖਿਆ ਕਿ ਅਗਰ ਨੰਬਰ ਆਫ ਫਾਰਮਸ ਵੱਧਦੀ ਹੈ ਤਾਂ ਸਪਲਾਈ ਇਨਕਰੀਜ਼ ਹੁੰਦੀ ਹੈ ਕਿ ਨਹੀਂ ਹੁੰਦੀ ਹੈ ਸਪਲਾਈ ਦਾ ਇੱਕ ਫੈਕਟਰ ਨੰਬਰ ਆਫ ਫਾਰਮਸ ਵੀ ਹੁੰਦਾ ਹੈ ਤਾਂ ਨੰਬਰ ਆਫ ਫਾਰਮਸ ਵੱਧ ਜਾਣੀ ਹੈ ਜੇ ਸਪਲਾਈ ਵੱਧ ਜਾਏਗੀ ਜਿਹੜੇ ਪ੍ਰਾਈਸਿਸ ਵਧੇ ਤਾਂ ਪ੍ਰਾਈਸਿਸ ਕਿਤੇ ਨਾ ਕਿਤੇ ਡਾਊਨ ਆ ਜਾਣੇ जब प्राइस डाउन आए ने ऑटोमेटिकली ਆਪਾਂ ਨੋਰਮਲ ਪ੍ਰੋਫਿਟ ਕਮਾ ਰਹੇ ਹੋਣੇ ਫਿਰ ਆਪਾਂ ਸ਼ਿਫਟ ਕਰ ਜਾਣਾ ਕਰ ਤਾਂ ਲੌਂਗ ਰਨ ਦੇ ਵਿੱਚ ਤਾਂ ਹਮੇਸ਼ਾ ਇਸ ਮਾਰਕੀਟ ਦੇ ਵਿੱਚ ਕਹਿ ਲੈਣੇ ਉਹ ਨਹੀਂ ਸਮਝਿਆ ਇੱਕ ਤਾਂ ਇਹ ਫੰਡਾ ਗਾ दूसरा ਇਹ फंडा ध्यान बनाओ जरा देखो बिल्कुल तसल्ली ਨਾਲ ਚੱਲ ਰਿਹਾ ठीक है ओके देखो ਉਹ क्या बोल रहा मेन चीज ये बोल रहा कि लॉन्ग रन ਦੇ ਵਿੱਚ ਨਾ अंडर परफेक्ट मार्केट कंपटीशन फर्म्स ने कमाना है क्या और सच्ची गल है ਉਹਦੀ बिल्कुल पहले दूसरी साइड तो दस्या ਹੁਣ इस साइड तो और यही एक्सप्लेनेशन तुम जब दूंगे ना तो तुम 3 तो 4 नंबर मिलने और आएगा ये ठीक है ओके आ देखो हम क्या फंडा होएगा फंडा ये होएगा तुम्हें पता ही है कॉस्ट कितनी है और जो सेलिंग प्राइस है या प्राइस है कितना है 40 क्या कमा रहे आप कुछ आम बंदा दा अकाउंट वाला बोलेगा कि नहीं बट आप कमा रहे थे कितना ठीक है ओके केड़ा प्रॉफिट बेटा समझ रहे नॉर्मल प्रॉफिट कोई दिक्कत ही नहीं है लॉन्ग रन में नॉर्मल प्रॉफिट ही होगा बट गौर करना हो सकता कुछ गड़बड़ हो जाए गड़बड़ क्या हो जाए जिदा आए कॉस्ट है थोड़ी क्या 40,000 कॉस्ट 40,000 है हो सकता प्राइस गिर जाए एकदम सेलिंग प्राइस गिर गया पूरी समझ यार सेलिंग प्राइस हो गया 25,000 हो गया नहीं समझ रहे यार असल बंदा अकाउंट वाला बंदा तो बोलेगा कि सर इतने लॉस हो रहा है 15,000 नहीं समझ रहे यार बट 15,000 का लॉस नहीं हो रहा किन्ने हो रहा समझ रहे लॉस हो रहा है किन्ने का देखो ना लॉन्ग रन में जो बोल रहा है कि फर्म्स कमाओगे क्या केड़ा प्रॉफिट बट एकदम कई बार होता शॉर्ट रन में कुछ एक दिन वास्ते एक अद्धे दिन वास्ते होएगा ज़्यादा नहीं होएगा या 2-4 दिन वास्ते हो जाएगा सम टाइम प्राइस शट डाउन कर गया कुछ भी हो गया या थोड़ी कॉस्ट ही बढ़ गई कॉस्ट ਵਧਣ ਨਾਲ ਵੀ ਕਿਤੇ ਨਾ ਕਿਤੇ ਲੋਸ ਹੋ ਸਕਦਾ ਕਿ ਨਹੀਂ ਹੋ ਸਕਦਾ ਹੋ ਸਕਦਾ ਉਹ ਸਮਝ ਨਹੀਂ ਸਮਝ ਰਹੇ ਹੁਣ ਇਹ ਨਾਲ ਤੁਸੀਂ ਕਿਤੇ ਨਾ ਕਿਤੇ ਉਹ ਤਾਂ ਬੋਲ ਰਿਹਾ ਕਿ ਲੌਂਗ ਰਨ ਦੇ ਵਿੱਚ ਆਪਾਂ ਕਮਾਣੇ ਕਿਆ ਬਟ ਸ਼ਾਰਟ ਰਨ ਦੇ ਵਿੱਚ ਥੋੜਾ ਜਿਹਾ ਝਟਕਾ ਲੱਗ ਸਕਦਾ ਹੈਗਾ ਥੋੜਾ ਝਟਕਾ ਲੱਗੇਗਾ ਤਾਂ ਆਪਾਂ ਆਣਾ ਕਾਦੇ ਚ ਸਬ ਨੋਰਮਲ ਪ੍ਰੋਫਿਟ ਬੇਸਿਕਲੀ ਲੋਸ ਦੇ ਵਿੱਚ ਬੇਸਿਕਲੀ ਜਾਣਾ ਲੋ ਬੇਟਾ ਹੁਣ ਇਹਨਾਂ ਕੀ ਦਿੱਕਤ ਹੋਏਗੀ ਦਿੱਕਤ ਪਤਾ ਕੀ ਹੋਏਗੀ ਹੁਣ ਕੁਝ ਇੱਕ ਫਾਰਮਸ ਇਦਾਂ ਦੀ ਹੋਣੀ ਆ ਮੰਨ ਲਓ ਇਹ XYZ ਫਾਰਮ ਹੈ ठीक है ओके 1 2 3 फॉर्म है एक हुण इन्हां नूं भी पहले तो नॉर्मल प्रॉफिट हो रहे थे हुण क्या हो रहे लॉस वो नहीं समझ रहे यार पॉइंट वही लग जाएगा फिर दोबारा से इस मार्केट दे विच एंट्री और क्या एग्जिट ये क्या है फ्री नहीं समझ रहे यार और क्या होएगा हुण क्या होएगा लॉस हो रहे तो कुछ एक फॉर्म्स ने इस इंडस्ट्री नूं क्या कर देना लीव इस मार्केट नूं छड़ देना नहीं समझे यार जब मार्केट नूं ना छड़ देना ना तो ना इंपैक्ट जो आएगा वो इंपैक्ट इको चीज पे आएगा काते सप्लाई जब इन्होंने छड़ देना तो इन्होंने हुन चीज ये चीज नंबर ऑफ फॉर्म्स बढ़ गई घट गई सप्लाई क्या हो जाएगी डिक्रीज नहीं समझे यार हुन तुहानू पता ही है जिद्दे सप्लाई घट जाएगी ये छड़ के चले गए सप्लाई घट जाएगी हुन चीज़ां दे प्राइसेस वध जाने घट जाने तो उन नाल क्या इंपैक्ट पैना आ देखो कॉस्ट तुहाडी कितनी है 40 दा जेड़ा सेलिंग प्राइस गिर गया था उन्हें फिर वध जाना किन्ने दे आ गया 40 दा नहीं समझ रहे यार ऑटोमेटिकली आप कमा रहे होने थे क्या और वो केड़ा प्रॉफिट है नॉर्मल तो वो भी तो बोल रहा है कि लॉन्ग रन दे विच आप ਇਹਦੇ ਚ क्या कमाणागा कोई समझे नहीं समझे ऑन द होल कंक्लूजन सिर्फ इतनी की है कि अगर अगर अब नॉर्मल प्रॉफिट्स होए तो कुछ फर्म्स ने अंदर आ जाना जिसके करके सप्लाई बढ़ जानी है ऑटोमेटिकली प्राइस गिर जाने अब नॉर्मल प्रॉफिट ने फिर शिफ्ट कर जाना फिर दोबारा अगर फर्म दे विच या इस मार्केट दे विच सब नॉर्मल प्रॉफिट्स हो गए लॉस हो गए क्या हो गए लॉस कुछ एक फर्म ने छड़ के चल जाना जिसके सप्लाई गिर जानी है सप्लाई डिक्रीज हो जानी ऑटोमेटिकली प्राइस फिर तो क्या है इंक्रीज जेडे सब नॉर्मल प्रॉफिट थे उन्होंने फिर का चाहना मैक्सिमम टाइम परफेक्ट मार्केट कंपटीशन में जो कमाई होएगी या फर्म्स ने कमाना होगा वो ना अब नॉर्मल प्रॉफिट्स ना सब नॉर्मल प्रॉफिट कमाना क्या है याद रहेगा चलो सो जो चीज़ समझाई वही इस पैराग्राफ दे लिख रहा ध्यान पढ़ना so this is owing to the fact that there is a freedom of entry and exit for the firms under perfect competition in situation of extra normal profits new firm will join the industry अगर extra normal profits हो या abnormal profit extra normal profit का दूसरा नाम क्या है abnormal profit याद रहेगा consequently market supply will क्या increase उन्हें मार्केट सप्लाई बढ़ जाएगी market price will क्या fall
और एक्स्ट्रा नॉर्मल प्रॉफिट्स विल वाइप्ड आउट। ਜਿਹੜੇ abnormal प्रॉफिट्स ਹੋਏ ਸੀਗੇ ਹੋ ਰਹੇ ਸੀਗੇ ਉਹ ਕਿਤੇ ਨਾ ਕਿਤੇ ਹੁਣ ਖਤਮ ਹੋਣੇ ਕਿ ਨਹੀਂ ਹੋਣੇ, ਕਿਉਂਕਿ ਪ੍ਰਾइस गिर के। ओके, इन सिचुएशन ऑफ एक्स्ट्रा नॉर्मल लॉसेस या अपन बोलते हैं सब नॉर्मल प्रॉफिट्स, क्या बोलते हैं, अगर लॉस होए तो सम फर्म्स विल लीव द इंडस्ट्री, कुछ एक ने इंडस्ट्री छੱਡ देनी। कंसिडरेटली मार्केट सप्लाई विल क्या फॉल, मार्केट सप्लाई फॉल कर जाएगी, जगह मार्केट प्राइस विल क्या राइज, एक्स्ट्रा नॉर्मल लॉसेस विल भी क्या डिसअपीयर। भाई याद रहेगा, ये जो है मोस्ट इंपॉर्टेंट है, और ये क्वेश्चन इस बारी पूरी उम्मीद रख के चलना ये ए आएगा ही आएगा एज इट इज, और सब कुछ लिखना हो जाएगा। तो ठीक है, विद दिस तो चैप्टर फिनिश हो गया। ठीक है, आगे जो स्टार्ट हो रही तो केवल क्या हो रही, मोनोपली। ठीक है, मोनोपली है ही नहीं यार, तो दिखाता हुआ मोनोपली मोनोलिस्टिक है नहीं है। ठीक है, ओके, कल तो फिर नवा चैप्टर स्टार्ट कर देंगे, वैसे तो आज ही कर देना सीगा, बट सारा पिछला समझाना पाया इस करके। चलिए फिर हूँ, सो ठीक है, आज वास्ते नहीं रखते, थैंक यू सो मच।